ਚਾਣਕੇ ਐਜੂਕੇਸ਼ਨ ਅਕੈਡਮੀ ਬਰਨਾਲਾ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਮੁਗਲ ਵੰਸ਼ ਨੂੰ ਸ਼ੁਰੂ ਕਰਨ ਜਾ ਰਹੇ ਹਾਂ, ਕਿਉਂਕਿ ਪਹਿਲਾਂ ਇੱਕ ਦੋ ਟੌਪਿਕ ਜਿਹੜੇ ਉਹ ਔਰੰਗਜ਼ੇਬ, ਅਕਬਰ ਅਸੀਂ ਕਰਵਾ ਚੁੱਕੇ ਹਾਂ। ਸੋ ਸਟੂਡੈਂਟਸ ਦੀ ਸੁਝਾਅ ਸੀ ਕਿ ਜਿਹੜਾ ਬਾਬਰ ਤੋਂ ਲੈ ਕੇ ਕੰਟੀਨਿਊ ਜਿਹੜਾ ਮੁਗਲ ਵੰਸ਼ ਕਰਵਾਇਆ ਜਾਵੇ। ਸੋ ਜਿਹੜਾ ਸਾਡਾ ਅੱਜ ਦਾ ਟੌਪਿਕ ਆ ਉਹ ਬਾਬਰ ਰਹੇਗਾ ਜੀ। ਸੋ ਸ਼ੁਰੂ ਕਰਦੇ ਹਾਂ ਵੀਡੀਓ ਨੂੰ। ਸਭ ਤੋਂ ਪਹਿਲਾਂ ਦੇਖਦੇ ਹਾਂ ਜਿਹੜਾ ਮੁਗਲ ਵੰਸ਼ ਦਾ ਸੰਸਥਾਪਕ ਬਾਬਰ। ਬਾਬਰ ਦੇ ਕਾਰਜਕਾਲ ਦੀ ਗੱਲ ਕਰੀਏ ਜਾਂ ਸ਼ਾਸਨ ਵਿਵਸਥਾ ਦੀ ਗੱਲ ਕਰੀਏ, 1526 ਤੋਂ ਲੈ ਕੇ 1530 ਜਿਹੜਾ 4 ਸਾਲ ਦਾ ਸਮਾਂ ਸੀ। ਬਾਬਰ ਲੋਧੀ ਵੰਸ਼ ਦੇ ਸ਼ਾਸਕ ਇਬਰਾਹਿਮ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਇਸਨੇ ਮੁਗਲ ਵੰਸ਼ ਦੀ ਜਿਹੜੀ ਸਥਾਪਨਾ ਕੀਤੀ ਸੀ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੋਵੇਗਾ ਉਹ ਬਾਬਰ 'ਤੇ ਜਿਹੜਾ ਫੋਕਸ ਕੀਤਾ ਜਾਵੇਗਾ। ਸੋ ਬਾਬਰ ਦੇ ਨਾਲ ਸੰਬੰਧਿਤ ਤਕਰੀਬਨ 80 ਜਿਹੜੇ ਕੁਐਸਚਨ ਅਸੀਂ ਜੋ ਪ੍ਰੀਖਿਆ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹਨ ਉਹਨਾਂ ਬਾਰੇ ਚਰਚਾ ਕਰਾਂਗੇ। ਸੋ ਸਟਾਰਟ ਕਰਦੇ ਹਾਂ। ਜਿਹੜਾ ਮੁਗਲ ਵੰਸ਼ ਮਿਸਰਨ ਹੈ, ਜਿਹੜਾ ਮੁਗਲ ਵੰਸ਼ ਹੈ ਕਿਹੜੀਆਂ ਜਾਤੀਆਂ ਦਾ ਮਿਸਰਨ ਆ? ਇਹ ਹੈਗਾ ਜੀ ਮੁਗਲਾਂ ਤੇ ਤੁਰਕਾਂ ਦਾ। ਜਿਹੜਾ ਮੁਗਲ ਵੰਸ਼ ਆ ਉਹ ਕਿਹੜੀਆਂ ਜਾਤੀਆਂ ਦਾ ਮਿਸਰਨ ਆ? ਮੁਗਲਾਂ ਤੇ ਤੁਰਕਾਂ ਦਾ। ਮੁਗਲ ਦਾ ਅਰਥ ਕੀ ਹੈ? ਮੁਗਲ ਦਾ ਅਰਥ ਕੀ ਹੈ? ਮੁਗਲ ਦਾ ਅਰਥ ਕੀ ਹੁੰਦਾ ਜੀ? ਬਹਾਦਰ। ਸੋ ਵੈਸੇ ਵੀ ਜਾਣਦੇ ਹਾਂ ਜਿਹੜਾ ਬਾਬਰ ਸੀ ਬਹੁਤ ਜ਼ਿਆਦਾ ਬਹਾਦਰ ਸੀ, ਬਹੁਤ ਜ਼ਿਆਦਾ ਕਾਬਲ ਸੀ, ਜਿਸ ਨੇ ਲਗਭਗ ਅਨੇਕਾਂ ਹੀ ਜਿੱਤਾਂ ਜਿਹੜੀਆਂ ਇਤਿਹਾਸ ਵਿੱਚ ਦਰਜ ਕੀਤੀਆਂ ਨੇ। ਕੁਐਸਚਨ ਨੰਬਰ 3 ਦੇ ਵਿੱਚ ਦੇਖਦੇ ਹਾਂ ਬਾਬਰ ਦੀ ਮਾਤਾ ਸੰਬੰਧਿਤ ਸੀ। ਜਿਹੜੀ ਬਾਬਰ ਦੀ ਮਾਤਾ ਸੀ ਉਸ ਦਾ ਸੰਬੰਧ ਜਿਹੜਾ ਕਿਸ ਨਾਲ ਸੀਗਾ? ਉਹ ਸੀਗਾ ਸੀ ਚੀਨ ਅਤੇ ਮੱਧ ਏਸ਼ੀਆ ਦੇ ਵਿੱਚ ਇੱਕ ਜਾਤੀ ਪਾਈ ਜਾਂਦੀ ਸੀ, ਚੰਗੇਜ਼ ਖਾਂ ਵੰਸ਼ ਸੀ। ਜਿਹੜਾ ਚੰਗੇਜ਼ ਖਾਂ ਵੰਸ਼ ਵਿੱਚੋਂ ਸੀ ਅਤੇ ਉਸ ਦਾ ਜਿਹੜਾ ਪਿਤਾ ਸੀ ਉਹ ਕਿਹੜੇ ਵੰਸ਼ ਦੇ ਵਿੱਚੋਂ ਸੀ? ਤੈਮੂਰ ਦੇ ਵਿੱਚੋਂ ਜੀ। ਬਹੁਤ ਹੀ ਜ਼ਿਆਦਾ ਜਿਹੜਾ ਮਹੱਤਵਪੂਰਨ ਕੁਐਸਚਨ ਆ। ਅਤੇ ਜਿਹੜਾ ਪਿਤਾ ਵੱਲੋਂ ਜਿਹੜਾ ਬਾਬਰ ਆ ਉਹ ਤੈਮੂਰ ਆ, ਅਤੇ ਮਾਤਾ ਵੱਲੋਂ ਕੀ ਆ ਉਹ ਜਿਹੜਾ ਉਹ ਚੰਗੇਜ਼ ਖਾਂ ਵੰਸ਼ ਵਿੱਚੋਂ ਮੁਗਲਾਂ ਦੇ ਵਿੱਚ ਵੰਸ਼ ਦੇ ਵਿੱਚੋਂ ਸੀ। ਪਰ ਜਿਹੜੇ ਮੁਗਲ ਸੀ ਆਪਣੇ ਆਪ ਨੂੰ ਕੀ ਕਹਾਉਣਾ ਪਸੰਦ ਕਰਦੇ ਸੀ? ਤੈਮੂਰ। ਉਹ ਕੀ ਆਪਣੇ ਆਪ ਨੂੰ ਮੁਗਲ ਕਹਾਉਣਾ ਪਸੰਦ ਨਹੀਂ ਕਰਦੇ ਸੀ, ਕਿਉਂਕਿ ਜਿਹੜਾ ਚੰਗੇਜ਼ ਖਾਂ ਸੀ ਬਹੁਤ ਹੀ ਜ਼ਿਆਦਾ ਇੱਕ ਜ਼ਾਲਮ ਵਿਅਕਤੀ ਸੀ, ਇਸ ਕਰਕੇ ਉਹ ਆਪਣੇ ਆਪ ਨੂੰ ਤੈਮੂਰ ਕਹਾਉਣਾ ਜ਼ਿਆਦਾ ਪਸੰਦ ਕਰਦੇ ਸੀ। ਨੈਕਸਟ ਕੁਐਸਚਨ ਨੰਬਰ 5 ਦੀ ਗੱਲ ਕਰਦੇ ਹਾਂ। ਜਿਹੜਾ ਬਾਬਰ ਦਾ ਪੂਰਾ ਨਾਮ ਕੀ ਸੀ? ਜਹਾਰੋ ਮੁਹੰਮਦ ਬਾਬਰ। ਜਹਾਰੁੱਦੀਨ ਮੁਹੰਮਦ ਬਾਬਰ ਜਿਹੜਾ ਬਾਬਰ ਦਾ ਪੂਰਾ ਨਾਮ ਆ ਜੀ, ਯਾਦ ਰੱਖਣਾ। ਪੇਪਰ ਦੇ ਵਿੱਚ ਜਿਹੜਾ ਆਮ ਤੌਰ 'ਤੇ ਪੁੱਛਿਆ ਜਾਂਦਾ ਜੀ। ਬਾਬਰ ਦਾ ਜਨਮ ਕਦੋਂ ਹੋਇਆ? ਜਿਹੜਾ ਬਾਬਰ ਦਾ ਜਨਮ ਸੀ 14 ਫਰਵਰੀ 1483 ਨੂੰ ਹੋਇਆ ਜੀ। ਕਦੋਂ ਹੋਇਆ ਜੀ? 14 ਫਰਵਰੀ 1483 ਨੂੰ ਹੋਇਆ ਜੀ, ਫਰਗਾਨਾ ਦੇ ਵਿੱਚ ਜੀ। ਫਰਗਨਾ ਜਿਹਨੂੰ ਬੋਲਦੇ ਆਪਾਂ। ਫਰਗਨਾ ਦੀ ਰਾਜਧਾਨੀ ਦੀ ਗੱਲ ਕਰੀਏ ਅੰਦੀਜਾਨ ਜੀ ਸੀ। ਕਈ ਵਾਰੀ ਪੁੱਛਿਆ ਜਾਂਦਾ ਵੀ ਜਿਹੜੇ ਫਰਗਨਾ ਦੀ ਰਾਜਧਾਨੀ ਕਿਹੜੀ ਸੀ? ਅੰਦੀਜਾਨ। ਸੋ ਪਿਤਾ ਦਾ ਨਾਮ ਕੀ ਸੀ? ਕੁਐਸਚਨ ਨੰਬਰ 7 ਦੇ ਵਿੱਚ ਦੇਖਦੇ ਹਾਂ ਜਿਹੜਾ ਬਾਬਰ ਦੇ ਪਿਤਾ ਦਾ ਕੀ ਹੈ? ਉਮਰ ਸ਼ੇਖ ਮਿਰਜ਼ਾ। ਉਮਰ ਸ਼ੇਖ ਮਿਰਜ਼ਾ। ਪਰ ਇੱਥੇ ਜਿਹੜਾ ਮਿਰਜ਼ਾ ਜਿਹੜਾ ਸਾਹਿਬਾ ਮਿਰਜ਼ਾ ਉਹ ਨਹੀਂ, ਇਹ ਹੈਗਾ ਉਮਰ ਸ਼ੇਖ ਮਿਰਜ਼ਾ। ਮਾਤਾ ਦਾ ਨਾਂ ਦੇਖਦੇ ਹਾਂ ਕੁਤਲਗ ਨਿਗਾਰ ਖਾਨਮ। ਜਿਹੜਾ ਮਾਤਾ ਦਾ ਨਾਂ ਕੀ ਸੀ ਬਾਬਰ ਦੀ ਦਾ? ਕੁਤਲਗ ਨਿਗਾਰ ਖਾਨਮ, ਜਾਂ ਖਾਨ ਕਹਿ ਸਕਦੇ ਹਾਂ, ਜਾਂ ਕੁਤਲਗ ਨਿਗਾਰ ਖਾਨਮ। ਪਤਨੀ ਮਹਿਮ ਬੇਗਮ। ਮਹਿਮ ਬੇਗਮ ਜਾਂ ਮਹਿਮ ਅੰਗਾ ਕਹਿ ਸਕਦੇ ਹਾਂ। ਮਹਿਮ ਬੇਗਮ ਜਿਹੜਾ ਉਸ ਦੀ ਪਤਨੀ ਦਾ ਨਾਮ ਸੀ ਜੀ। ਵੰਸ਼ ਦੀ ਨੀਂਹ ਰੱਖੀ ਬਾਬਰ ਨੇ ਕਿਹੜੇ ਵੰਸ਼ ਦੀ ਨੀਂਹ ਰੱਖੀ ਸੀ? ਚਗਤਾਈ ਵੰਸ਼। ਕਿਹੜਾ ਸੀ? ਚਗਤਾਈ ਵੰਸ਼। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ। ਚਗਤਾਈ ਵੰਸ਼ ਵਿੱਚ ਜਿਹੜੀ ਨੀਂਹ ਰੱਖੀ ਆ ਬਾਬਰ ਨੇ ਰੱਖੀ ਹੈ ਜੀ। ਉਮਰ ਸ਼ੇਖ ਮਿਰਜ਼ਾ ਦੀ ਮੌਤ ਤੋਂ ਬਾਅਦ ਸ਼ਕਤੀਆਂ ਦਾ ਪ੍ਰਭਾਵ। ਉਮਰ ਸ਼ੇਖ ਮਿਰਜ਼ਾ ਤੋਂ ਬਾਅਦ ਜਿਹੜੀਆਂ ਫਰਗਨਾ ਦੇ ਵਿੱਚ ਕਿਹੜੀਆਂ ਸ਼ਕਤੀਆਂ ਦਾ ਜਿਹੜਾ ਪ੍ਰਭਾਵ ਵੱਧ ਗਿਆ ਸੀ ਜੀ, ਜਿਨ੍ਹਾਂ ਤੋਂ ਬਾਬਰ ਨੂੰ ਹਮੇਸ਼ਾ ਖਤਰਾ ਰਿਹਾ? ਉਹ ਕਿਹੜੀਆਂ ਸ਼ਕਤੀਆਂ ਸੀ ਜੀ? ਉਜ਼ਬੇਕ, ਸਫਵੀ ਵੰਸ਼, ਉਸਮਾਨੀ ਵੰਸ਼। ਇਹ ਜਿਹੜੇ 3 ਵੰਸ਼ ਸੀ, ਉਜ਼ਬੇਕ, ਸਫਵੀ ਵੰਸ਼ ਤੇ ਉਸਮਾਨੀ ਵੰਸ਼, ਜਿਹੜੇ ਕਿ ਬਾਬਰ ਦੀ ਸ਼ਕਤੀ ਲਈ ਖਤਰਾ ਬਣੇ ਹੋਏ ਸਨ ਜਿਹੜੇ ਉਸ ਸਮੇਂ। ਠੀਕ ਹੈ। ਅਤੇ ਉਸ ਤੋਂ ਬਾਅਦ ਕੀ ਹੁੰਦਾ ਜੀ? ਕੁਐਸਚਨ ਨੰਬਰ 12 'ਚ ਦੇਖਦੇ ਹਾਂ। ਬਾਬਰ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਜੀ 1494 ਦੇ ਲਗਭਗ। ਤਾਂ ਕੀ ਹੁੰਦਾ? ਬਾਬਰ ਆ ਜਿਹੜਾ ਜੀ 1494 ਦੇ ਵਿੱਚ ਜਿਹੜਾ ਗੱਦੀ 'ਤੇ ਬੈਠਦਾ ਜੀ। 1494 ਦੇ ਵਿੱਚ ਜਿਹੜੀ ਫਰਗਨਾ ਦੀ ਗੱਦੀ 'ਤੇ ਬੈਠਦਾ ਬਾਬਰ। ਤਾਂ
ਬਾਬਰ ਦੀ ਉਮਰ ਕਈ ਵਾਰੀ ਪੁੱਛੀ ਜਾਂਦੀ ਹੈ ਵੀ ਜਦੋਂ ਬਾਬਰ ਗੱਦੀ ਤੇ ਬੈਠਾ ਉਸ ਸਮੇਂ ਉਸ ਦੀ ਉਮਰ ਕਿੰਨੀ ਸੀ। ਤਾਂ ਆਪਾਂ ਦੇਖਦੇ ਹਾਂ ਪਿੱਛੇ ਆਪਾਂ ਜਨਮ ਕਰਕੇ ਆਏ 1483 ਤੇ 1494 ਕਿੰਨੇ ਸਾਲ ਹੋ ਗਏ ਜੀ, ਇਹ ਹੋ ਗਏ ਜੀ 11 ਸਾਲ। ਸੋ 11 ਸਾਲ ਦੀ ਉਮਰ ਵਿੱਚ ਜਿਹੜਾ ਬਾਬਰ ਆ ਉਹ ਫਰਗਨਾ ਦੀ ਗੱਦੀ ਤੇ ਬੈਠਿਆ। ਇਸ ਤੋਂ ਬਾਅਦ ਜਿਹੜਾ ਬਾਬਰ ਕੁਐਸਚਨ ਨੰਬਰ 13 ਦੇ ਵਿੱਚ ਦੇਖਦੇ ਹਾਂ, ਜਿਹੜਾ 1504 ਦੇ ਵਿੱਚ ਬਾਬਰ ਆ ਅਫਗਾਨਿਸਤਾਨ ਆਪਣੇ ਚਾਚੇ ਕੋਲ ਆ ਜਾਂਦਾ ਹੈ। ਠੀਕ ਆ, ਕਿੱਥੇ ਪਹੁੰਚਦਾ ਜੀ, ਕਾਬਲ ਦੇ ਵਿੱਚ। ਕਿੱਥੇ ਪਹੁੰਚਦਾ ਜੀ, ਕਾਬਲ ਦੇ ਵਿੱਚ। ਤੇ ਅਫਗਾਨਿਸਤਾਨ ਆਉਂਦੇ ਹੋਏ ਉਹ 1504 ਦੇ ਵਿੱਚ ਹੀ ਕਾਬਲ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਜਾਂ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਵੀ ਬਾਬਰ ਨੇ ਜਿਹੜਾ ਕਾਬਲ ਕਦੋਂ ਜਿੱਤਿਆ ਸੀ, 1504 ਦੇ ਵਿੱਚ ਹੀ ਤਾਂ ਕਾਬਲ ਜਿੱਤ ਲਿਆ ਸੀ। ਤੇ ਕਾਬਲ ਨੂੰ ਜਿੱਤਣ ਤੋਂ ਬਾਅਦ ਬਾਬਰ ਨੇ ਕਿਹੜੀ ਉਪਾਧੀ ਧਾਰਨ ਕੀਤੀ ਸੀ, ਪਾਤਸ਼ਾਹ ਦੀ ਉਪਾਧੀ। ਕਿਹੜੀ ਉਪਾਧੀ ਧਾਰਨ ਕੀਤੀ ਸੀ, ਪਾਤਸ਼ਾਹ ਦੀ ਉਪਾਧੀ। ਪਰ ਕਈ ਕਿਤਾਬਾਂ ਦੇ ਵਿੱਚ ਬਾਦਸ਼ਾਹ ਜਾਂ ਪਾਤਸ਼ਾਹ ਦੀ ਜਿਹੜੇ ਉਪਾਧੀ ਦਾ ਸਮਾਂ ਉਹ ਤਕਰੀਬਨ ਸੇਮ ਲਿਖਿਆ ਹੋਇਆ। ਪਰ ਇੱਥੇ ਗੱਲ ਜ਼ਰੂਰ ਯਾਦ ਰੱਖਿਓ, ਜਿਹੜੀ ਬਾਬਰ ਨੇ ਪਾਤਸ਼ਾਹ ਦੀ ਉਪਾਧੀ ਧਾਰਨ ਕੀਤੀ ਉਹ 1504 ਦੇ ਵਿੱਚ ਕੀਤੀ ਆ, ਐਂਡ ਜਿਹੜੀ ਬਾਦਸ਼ਾਹ ਦੀ ਉਪਾਧੀ ਧਾਰਨ ਕੀਤੀ ਉਹ 1507 ਦੇ ਵਿੱਚ ਕੀਤੀ ਹੈ ਜੀ। ਤਾਂ ਇਹ ਵੀ ਤੁਸੀਂ ਥੋੜਾ ਯਾਦ ਰੱਖਣਾ। ਪਰ ਜੇਕਰ ਪੇਪਰ ਦੇ ਵਿੱਚ ਇਸ ਤਰ੍ਹਾਂ ਪੁੱਛਿਆ ਜਾਂਦਾ 1504 7 ਜਾਂ ਕੁਛ, ਉਸ 'ਤੇ ਤੁਸੀਂ ਦੇਖ ਕੇ ਟਿਕ ਕਰ ਦੇਣਾ ਜੀ। ਨੈਕਸਟ ਕੁਐਸਚਨ 15 ਦੇ ਵਿੱਚ ਦੇਖਦੇ ਹਾਂ, ਬਾਬਰ ਨੇ ਭਾਰਤ 'ਤੇ ਹਮਲੇ ਕੀਤੇ। ਜਿਹੜੇ ਬਾਬਰ ਨੇ ਭਾਰਤ 'ਤੇ ਕਿੰਨੇ ਹਮਲੇ ਕੀਤੇ ਸੀ, 5 ਹਮਲੇ ਕੀਤੇ ਸੀ ਭਾਰਤ ਨੇ। ਠੀਕ ਆ, ਭਾਰਤ 'ਤੇ ਤਾਂ ਬਾਬਰ ਨੇ ਕਿੰਨੇ ਹਮਲੇ ਕੀਤੇ ਸੀ, 5। ਮਹਿਮੂਦ ਗਜ਼ਨਵੀ ਨੇ 17, ਅਹਿਮਦ ਸ਼ਾਹ ਅਬਦਾਲੀ ਨੇ 8। ਇਸ ਕਰਕੇ ਬਾਬਰ ਦੇ ਕਿੰਨੇ ਹਮਲੇ ਸੀ ਕਿੱਥੇ, ਤਾਂ ਬਾਬਰ ਦੇ ਹੈਗੇ ਸੀ ਜੀ 5 ਹਮਲੇ ਸੀ। ਕੁਐਸਚਨ ਨੰਬਰ 16 ਦੇਖਦੇ ਹਾਂ, ਬਾਬਰ ਦਾ ਭਾਰਤ 'ਤੇ ਪਹਿਲਾ ਹਮਲਾ ਆਮ ਤੌਰ 'ਤੇ ਪੁੱਛਿਆ ਜਾਂਦਾ ਕਿਹੜਾ ਸੀ ਜੀ। ਜਿਹੜਾ ਬਾਬਰ ਨੇ ਭਾਰਤ 'ਤੇ ਪਹਿਲਾ ਹਮਲਾ ਕਿਦੋਂ ਕੀਤਾ ਸੀ, 1519 ਦੇ ਵਿੱਚ ਪਹਿਲਾ ਹਮਲਾ ਕੀਤਾ ਸੀ। ਕਿੱਥੇ ਕੀਤਾ ਸੀ ਜੀ, ਵਜੌਰ 'ਤੇ। ਕਿੱਥੇ ਕੀਤਾ ਸੀ, ਵਜੌਰ 'ਤੇ। ਕਿਹੜਾ ਸਥਾਨ ਜਿੱਤਿਆ ਸੀ, ਭੇਰਾ। ਚਾਹੇ ਇਸ ਨੂੰ ਭੇਰਾ ਦਾ ਹਮਲਾ ਵੀ ਕਹਿ ਸਕਦੇ ਹਾਂ। ਭੇਰਾ ਨਾਮੀ ਸਥਾਨ 'ਤੇ ਜਿਹੜਾ ਇਸਨੇ ਬਾਬਰ ਨੇ ਜਿੱਤ ਪ੍ਰਾਪਤ ਕੀਤੀ ਸੀ। ਪਰ ਜਿੱਤ ਪ੍ਰਾਪਤ ਕਰਨ ਦਾ ਕਾਰਨ ਇੱਥੇ ਕੀ ਸੀ, ਇਸ ਦੁਆਰਾ ਵਰਤਿਆ ਗਿਆ ਜਿਹੜਾ ਗੋਲਾ ਬਰੂਦ ਸੀ। ਜਾਂ ਕਈ ਵਾਰੀ ਆਮ ਤੌਰ 'ਤੇ ਪੁੱਛਿਆ ਜਾਂਦਾ ਜਿਹੜਾ ਬਾਬਰ ਨੇ ਸਭ ਤੋਂ ਪਹਿਲਾਂ ਬਰੂਦ ਦੀ ਵਰਤੋਂ ਕਿਹੜੇ ਯੁੱਧ ਦੇ ਵਿੱਚ ਕੀਤੀ ਆ, ਇਹ ਕੀਤੀ ਹੈ ਜੀ ਵਜੌਰ ਦੇ ਵਿੱਚ ਜੀ। ਠੀਕ ਆ, ਇੱਥੇ ਪਾਣੀਪਤ ਦੀ ਪਹਿਲਾ ਯੁੱਧ ਨਹੀਂ ਲਾ ਦੇਣਾ। ਉੱਥੇ ਤੋਪਖਾਨੇ ਦੀ ਵਰਤੋਂ ਜਿਹੜੀ ਵੱਡੇ ਪੱਧਰ 'ਤੇ ਹੋਈ ਸੀ। ਪਾਣੀਪਤ ਦਾ ਪਹਿਲਾ ਜਿਹੜਾ 21 ਅਪ੍ਰੈਲ 1526 ਨੂੰ ਹੋਇਆ, ਉੱਥੇ ਜਿਹੜੀ ਪਹਿਲੀ ਵਾਰ ਤੋਪਖਾਨੇ ਦੀ ਜਿਹੜੀ ਵਰਤੋਂ ਜ਼ਿਆਦਾ ਹੋਈ ਸੀ। ਠੀਕ ਆ, ਪਰ ਇੱਥੇ ਬਰੂਦ ਦੀ ਵਰਤੋਂ ਕਿਹੜੇ ਹਮਲੇ ਵਿੱਚ ਹੋਈ ਆ, ਵਜੌਰ ਦੇ ਹਮਲੇ ਵਿੱਚ ਜੀ। ਨੈਕਸਟ ਕੁਐਸਚਨ ਨੰਬਰ 18 ਦੇਖਦੇ ਹਾਂ, ਸਿੱਖਿਆ। ਜੇਕਰ ਬਾਬਰ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਬਾਬਰ ਨੇ ਕਿੱਥੋਂ ਕੀ ਜਿਹੜਾ ਪ੍ਰਾਪਤ ਕੀਤਾ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਜਿਹੜੀ ਇੱਕ ਉਸ ਸਮੇਂ ਦੀ ਮਸ਼ਹੂਰ ਜਾਤੀ ਉੱਥੇ ਠੀਕ ਆ ਫਰਗਨਾ ਦੇ ਵਿੱਚ ਸੀ, ਤਾਂ ਉੱਥੋਂ ਬਾਬਰ ਨੇ ਜਿਹੜੀ ਉਜ਼ਬੇਕਾਂ ਤੋਂ ਸਿੱਖਿਆ ਸੀਗਾ ਤੁਲਗਮਾ ਯੁੱਧ ਪ੍ਰਣਾਲੀ। ਕਿਹੜੀ ਯੁੱਧ ਪ੍ਰਣਾਲੀ ਸਿੱਖਿਆ ਸੀ, ਤੁਲਗਮਾ, ਜਿਸ ਨੇ ਜਿਹੜੀ ਪ੍ਰਣਾਲੀ ਨਾਲ ਇਸਨੇ ਆਪਣੇ ਭਾਰਤ ਦੇ ਵਿੱਚ ਯੁੱਧਾਂ ਨੂੰ ਜਿੱਤ ਨੂੰ ਯਕੀਨੀ ਬਣਾਇਆ ਜੀ। ਜਿਵੇਂ ਆਪਾਂ ਪਾਣੀਪਤ ਦੀ ਪਹਿਲੀ ਜਿੱਤ ਦੇਖਦੇ ਹਾਂ, ਠੀਕ ਹੈ ਨਾ ਜੀ। ਤੇ ਇਸ ਤੋਂ ਇਲਾਵਾ ਖਨਵਾ, ਘਾਗਰਾ ਜਿਹੜੀਆਂ ਵੀ ਇਸਨੇ ਜਿੱਤਾਂ ਲੜੀਆਂ ਨੇ, ਠੀਕ ਹੈ, ਤਾਂ ਉਹਨਾਂ ਵਿੱਚ ਇਹਨਾਂ ਨੀਤੀਆਂ ਨੂੰ ਅਪਣਾਇਆ ਗਾ। ਤਾਂ ਉਜ਼ਬੇਕਾਂ ਤੋਂ ਇਹਨੇ ਕੀ ਸਿੱਖਿਆ, ਤੁਲਗਮਾ ਯੁੱਧ ਪ੍ਰਣਾਲੀ, ਯੁੱਧ ਨੀਤੀ। ਈਰਾਨੀਆਂ ਤੋਂ ਜਿਹੜੀ ਇਸਨੇ ਸਿੱਖਿਆ ਪ੍ਰਾਪਤ ਕੀਤੀ ਸੀ ਬੰਦੂਕਾਂ ਚਲਾਉਣ ਦੀ, ਬੰਦੂਕਾਂ ਦਾ ਪ੍ਰਯੋਗ ਵੀ ਕਿਸ ਤਰ੍ਹਾਂ ਕਰਨਾ, ਕਿਉਂਕਿ ਕੋਈ ਵੀ ਕੰਮ ਸਿੱਖਣ ਲਈ ਇੱਕ ਗੁਰੂ ਦਾ ਹੋਣਾ ਜ਼ਰੂਰੀ ਹੈ। ਇਸ ਕਰਕੇ ਕੀ ਆ, ਬਾਬਰ ਨੇ ਈਰਾਨੀਆਂ ਤੋਂ ਬੰਦੂਕਾਂ ਦਾ ਜਿਹੜਾ ਗਿਆਨ ਲਿਆ, ਬੰਦੂਕਾਂ ਚਲਾਉਣ ਦਾ। ਤੁਰਕਾਂ ਤੋਂ, ਜਿਹੜੇ ਤੁਰਕ ਸੀ ਉਹ ਘੋੜਸਵਾਰੀ ਦੇ ਵਿੱਚ ਕਾਫੀ ਜ਼ਿਆਦਾ ਨਿਪੁੰਨ ਸੀ, ਉੱਥੋਂ ਇਸਨੇ ਘੋੜਸਵਾਰੀ ਸਿੱਖੀ ਹੈ। ਜੇਕਰ ਨਿਪੁੰਨ ਘੋੜਸਵਾਰ ਹੋਣਾ ਵੀ ਯੁੱਧ ਦੇ ਵਿੱਚ ਲਈ ਬਹੁਤ ਜ਼ਰੂਰੀ ਹੁੰਦਾ ਜੀ। ਠੀਕ ਹੈ, ਤਾਂ ਇਸ ਕਰਕੇ ਇਹਨੇ ਤੁਰਕਾਂ ਤੋਂ ਕੀ ਸਿੱਖਿਆ, ਘੋੜਸਵਾਰੀ। ਮੁਗਲਾਂ ਤੇ ਅਫਗਾਨਾਂ ਤੋਂ ਇਸਨੇ ਯੁੱਧ ਪ੍ਰਣਾਲੀ, ਯੁੱਧ ਢੰਗ, ਯੁੱਧ ਪ੍ਰਣਾਲੀ, ਯੁੱਧ ਕਿਸ ਤਰ੍ਹਾਂ ਕਰਨਾ, ਉਹ ਜਿਹੜੀ ਇਸਨੇ ਮੁਗਲ, ਕਿਉਂਕਿ ਜਿਹੜੀ ਮੁਗਲ ਜਾਤੀ ਸੀ ਇੱਕ ਬਹੁਤ ਹੀ ਬਹਾਦਰ ਤੇ ਜਿਹੜੀ ਯੁੱਧ ਯੋਜਨਾ ਬਣਾ ਕੇ ਲੜਦੀ ਹੁੰਦੀ ਸੀ ਮੁਗਲ। ਠੀਕ ਹੈ ਨਾ। ਤੇ ਅੱਗੇ ਆਪਾਂ ਕਰਾਂਗੇ ਜਿਹੜੇ ਪਿੱਛੇ ਕਰ ਚੁੱਕੇ ਹਾਂ ਵੀ ਮੁਗਲਾਂ ਨੇ ਜਿਹੜੇ ਸਭ ਤੋਂ ਵੱਧ ਹਮਲੇ ਕਿਸ ਸਮੇਂ ਕੀਤੇ ਆ, ਅਲਾਉਦੀਨ ਖਿਲਜੀ ਦੇ ਸਮੇਂ ਜੀ। ਕੁਐਸਚਨ ਨੰਬਰ 19 ਦੇਖਦੇ ਹਾਂ, ਬਾਬਰ ਦੇ ਸਮੇਂ ਜਿਹੜੇ ਸੁਤੰਤਰ ਰਾਜ ਸੀ ਭਾਰਤ ਦੇ ਵਿੱਚ ਜੀ, ਕਿਹੜੇ ਕਿਹੜੇ ਰਾਜ ਸੀ ਜਿਹੜੇ ਬਾਬਰ ਦੇ ਸਮੇਂ ਸੁਤੰਤਰ ਸੀ, ਠੀਕ ਹੈ, ਨਿਰਪੱਖ ਸੀ। ਕਿਹੜੇ ਕਿਹੜੇ ਸੀ ਜੀ, ਬੰਗਾਲ, ਮਾਲਵਾ, ਗੁਜਰਾਤ, ਸਿੰਧ, ਕਸ਼ਮੀਰ, ਦਿੱਲੀ, ਮੇਵਾੜ, ਵਿਜੇਨਗਰ ਤੇ ਬਾਹਮਣੀ ਸਾਮਰਾਜ ਦੀ। ਠੀਕ ਹੈ ਨਾ, ਬਾਹਮਣੀ। ਤਾਂ ਇਹ ਜਿਹੜੇ ਸਾਰੇ ਸੀਗੇ ਸੁਤੰਤਰ ਸੀ, ਬੰਗਾਲ, ਮਾਲਵਾ, ਗੁਜਰਾਤ, ਸਿੰਧ, ਕਸ਼ਮੀਰ, ਦਿੱਲੀ, ਮੇਵਾੜ, ਵਿਜੇਨਗਰ ਤੇ ਬਾਹਮਣੀ ਜੀ। ਕੁਐਸਚਨ ਨੰਬਰ 20 ਦੇਖਦੇ ਹਾਂ, ਬਾਬਰ ਨੂੰ ਭਾਰਤ 'ਤੇ ਹਮਲਾ ਕਰਨ ਦਾ ਸੱਦਾ। ਠੀਕ ਹੈ ਨਾ, ਤਾਂ ਇਹ ਨਹੀਂ ਕਿ ਬਾਬਰ ਆਪਣੇ ਆਪ ਹੀ ਇੱਥੇ ਭਾਰਤ 'ਤੇ ਹਮਲਾ ਕਰਨ ਲਈ ਪਹੁੰਚ ਗਿਆ, ਕਿਉਂਕਿ ਦੂਜੇ ਦੇ ਘਰ ਜਾਣਾ ਬਹੁਤ ਔਖਾ ਹੁੰਦਾ। ਤਾਂ ਕੀ ਹੋਇਆ, ਕੁਝ ਇੱਥੋਂ ਦੇ ਗਦਾਰ, ਠੀਕ ਆ, ਕੁਝ ਇੱਥੋਂ ਦੇ ਲਾਲਸੀ ਲੋਕਾਂ ਨੇ ਇਸ ਨੂੰ ਭਾਰਤ 'ਤੇ ਹਮਲਾ ਕਰਨ ਦਾ ਸੱਦਾ ਦਿੱਤਾ ਵੀ ਆਓ ਅਸੀਂ ਤੁਹਾਡਾ ਸਾਥ ਦੇਵਾਂਗੇ। ਉਹਨਾਂ ਦੇ ਵਿੱਚ ਕੌਣ ਸੀ, ਸਭ ਤੋਂ ਪਹਿਲਾਂ ਦੇਖੀਏ ਦੌਲਤ ਖਾਂ ਲੋਧੀ। ਜਾਣਦੇ ਹੋ ਤੁਸੀਂ ਦੌਲਤ ਖਾਂ ਲੋਧੀ ਕੌਣ ਸੀ, ਪੰਜਾਬ ਦਾ ਸੂਬੇਦਾਰ ਸੀ ਉਸ ਸਮੇਂ। ਠੀਕ ਹੈ ਨਾ,
ਤਾਂ ਇਹਦਾ ਮਕਸਦ ਕੀ ਸੀ ਵੀ ਮੈਂ ਆਪਣੇ ਆਪ ਜਿਹੜੇ ਰਾਜ ਨੂੰ ਆਪਣੇ ਆਪ ਨੂੰ ਸੁਤੰਤਰ ਰੱਖ ਸਕਾਂ ਪੰਜਾਬ ਦੇ ਵਿੱਚ। ਸੈਕੰਡ ਹੈਗਾ ਇਬਰਾਹਿਮ ਲੋਧੀ ਦਾ ਜਿਹੜਾ ਚਾਚਾ ਸੀਗਾ ਆਲਮ ਖਾਂ, ਉਸਦੇ ਜਿਹੜੇ ਇਬਰਾਹਿਮ ਨਾਲ ਜਿਹੜੇ ਸੰਬੰਧ ਸੀ ਉਹ ਚੰਗੇ ਨਾ ਰਹੇ, ਠੀਕ ਆ। ਤੇ ਦਿੱਲੀ ਤੇ ਆਪਣਾ ਅਧਿਕਾਰ ਜਮਾਉਣ ਲਈ ਇਸਨੇ ਆਲਮ ਖਾਨ ਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦਾ ਸੱਦਾ ਦਿੱਤਾ। ਤੇ ਨੈਕਸਟ ਹੈਗਾ ਜੀ ਰਾਣਾ ਸਾਂਗਾ, ਠੀਕ ਹੈ, ਇਸ ਬਾਰੇ ਤੁਸੀਂ ਜਾਣਦੇ ਨਹੀਂ ਹੋਣੇ। ਤਾਂ ਰਾਣਾ ਸਾਂਗਾ ਨੇ ਵੀ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦਾ ਸੱਦਾ ਦਿੱਤਾ ਸੀ। ਇਸ ਦਾ ਮਕਸਦ ਵੀ ਸੀ ਦਿੱਲੀ ਤੇ ਆਪਣਾ ਕਬਜ਼ਾ ਜਮਾ ਲੈਣਾ। ਤੋ ਇਸ ਕਰਕੇ ਸਾਰਿਆਂ ਦਾ ਜਿਹੜਾ ਇੱਕ ਇਸ ਵਿੱਚ ਲਾਲਸਾ ਜਿਹੜੀ ਸਿੱਪੀ ਹੋਈ ਸੀ, ਇਸ ਕਰਕੇ ਇਹਨਾਂ ਤਿੰਨਾਂ ਵਿਅਕਤੀਆਂ ਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦਾ ਸੱਦਾ ਦਿੱਤਾ, ਤੇ ਜਿਸ ਨੂੰ ਮੁੱਖ ਰੱਖਦੇ ਹੋਏ ਬਾਬਰ ਨੇ ਭਾਰਤ ਤੇ ਆਪਣੇ ਹਮਲਿਆਂ ਦਾ ਜਿਹੜਾ ਦੁਆਰ ਖੋਲ੍ਹ ਦਿੱਤਾ। ਬਾਬਰ ਨੂੰ ਅਗਲਾ ਕੁਐਸਚਨ 21 ਦੇਖਦੇ ਹਾਂ। ਬਾਬਰ ਨੂੰ ਕੋਹਾਨੂਰ ਜਿਹੜਾ ਹੀਰਾ ਸੀ ਮਿਲਿਆ। ਕੋਹਾਨੂਰ ਹੀਰਾ ਸੀ ਜਿਹੜਾ ਵਿਕਰਮਜੀਤ ਦੇ ਪਰਿਵਾਰ ਤੋਂ ਹਿਮਾਂਜੂ ਨੂੰ ਮਿਲਿਆ ਸੀ। ਹਿਮਾਂਜੂ ਨੇ ਜੋ ਆਪਣਾ ਬਾਬਰ ਨੂੰ ਦੇ ਦਿੱਤਾ ਸੀਗਾ, ਠੀਕ ਹੈ ਨਾ। ਜਿਹੜਾ ਕੋਹਾਨੂਰ ਹੀਰਾ ਦਾ ਇਤਿਹਾਸ ਆਪਾਂ ਤੁਹਾਨੂੰ ਇੱਕ ਦਿਨ ਫੇਰ ਕਿਸੇ ਵੀਡੀਓ ਦੇ ਵਿੱਚ ਦੱਸਾਂਗੇ, ਕਿੱਥੋਂ ਕਿਸ ਤਰ੍ਹਾਂ ਕਿੱਥੇ ਕਿੱਥੇ ਤੱਕ ਪਹੁੰਚਿਆ, ਜਿਹੜਾ ਕਿ ਅੱਜ ਕੱਲ੍ਹ ਇੰਗਲੈਂਡ ਦੇ ਵਿੱਚ ਪਿਆ, ਮਹਾਰਾਣੀ ਵਿਕਟੋਰੀਆ ਦੇ ਮੁਕਟ ਦੇ ਵਿੱਚ ਜੜਿਆ ਹੋਇਆ, ਠੀਕ ਹੈ ਨਾ ਜੀ। ਤਾਂ ਕੋਹਾਨੂਰ ਹੀਰਾ ਜਿਹੜਾ ਬਾਬਰ ਨੂੰ ਮਿਲਿਆ ਸੀ ਉਹ ਕਿੱਥੋਂ ਮਿਲਿਆ ਸੀ? ਹਿਮਾਂਜੂ ਨੇ ਇਸ ਨੂੰ ਭੇਂਟ ਕੀਤਾ ਸੀਗਾ। ਹਿਮਾਂਜੂ ਕੌਣ ਸੀ? ਬਾਬਰ ਦਾ ਪੁੱਤਰ। ਕੁਐਸਚਨ ਨੰਬਰ 22 ਦੇਖਦੇ ਹਾਂ। ਰਾਣਾ ਸਾਂਗਾ ਦੇ ਵਿਰੁੱਧ ਲੜਿਆ ਗਿਆ ਯੁੱਧ ਕਿਹੜਾ ਸੀ? ਤਾਂ ਜਿਹੜਾ 1527 ਦੇ ਵਿੱਚ, 1526 ਦੇ ਵਿੱਚ ਆਪਾਂ ਜਿਹੜਾ ਹਾਲੇ ਗੱਲ ਕੀਤੀ ਨਹੀਂ, 21 ਅਪ੍ਰੈਲ 1526 ਨੂੰ ਜਿਹੜੀ ਪਾਣੀਪਤ ਦੀ ਪਹਿਲੀ ਲੜਾਈ ਹੋਈ, ਜਿਸ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾ ਕੇ ਮੁਗਲ ਵੰਸ਼ ਦੀ ਸਥਾਪਨਾ ਕੀਤੀ ਸੀ। ਤਾਂ ਉੱਥੇ ਕੀ ਹੋਇਆ ਸੀ? ਤਾਂ ਉੱਥੇ ਜਿਹੜਾ ਇਸ ਤੇ ਅਗਲਾ ਯੁੱਧ ਹੋਇਆ ਇਸ ਤੋਂ ਬਾਅਦ 1527 ਦੇ ਵਿੱਚ ਰਾਣਾ ਸਾਂਗਾ ਨਾਲ ਹੋਇਆ 1527 ਦੇ ਵਿੱਚ ਜੀ। ਕਿਉਂਕਿ ਰਾਣਾ ਸਾਂਗਾ ਦਾ ਯੁੱਧ ਹੋਣ ਦਾ ਕਾਰਨ ਕੀ ਸੀ? ਰਾਣਾ ਸਾਂਗਾ ਨੇ ਪਹਿਲਾਂ ਭਾਰਤ ਤੇ ਹਮਲਾ ਕਰਨ ਦਾ ਸੱਦਾ ਦਿੱਤਾ ਤੇ ਮਗਰੋਂ ਟਾਲ ਮਟੋਲ ਕੀਤੀ, ਜਿਸ ਕਰਕੇ ਬਾਬਰ ਨੇ ਰਾਣਾ ਸਾਂਗਾ ਨੂੰ ਸਬਕ ਸਿਖਾਉਣ ਲਈ ਕੀ ਕੀਤਾ? ਉਸ ਦੇ ਵਿਰੁੱਧ ਜਿਹੜਾ ਯੁੱਧ ਲੜਿਆ, ਜਿਸ ਨੂੰ ਖਨਵਾਹ ਦਾ ਯੁੱਧ ਬੋਲਦੇ ਹਾਂ, ਜੇ ਕਨਵਾਹ ਦਾ ਯੁੱਧ ਬੋਲਦੇ ਹਾਂ ਜੀ, ਠੀਕ ਹੈ ਨਾ। ਤਾਂ ਕਨਵਾਹ ਦਾ ਯੁੱਧ ਸੀ ਜਿਹੜਾ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਆ। ਇਹ ਕਦੋਂ ਲੜਿਆ ਗਿਆ ਸੀ? ਅਸਲ ਵਿੱਚ ਇੱਥੇ 17 ਮਾਰਚ ਲਿਖ ਸਕਦੇ ਹੋ ਤੁਸੀਂ, 17 ਮਾਰਚ 1527 ਜੀ, 17 ਮਾਰਚ 1527 ਨੂੰ ਜਿਹੜਾ ਇਹ ਖਾਨਗਾ ਦਾ ਯੁੱਧ, ਜਿਹੜਾ ਕਨਵਾਹ ਦਾ ਯੁੱਧ ਲੜਿਆ ਗਿਆ ਸੀ। ਕੁਐਸਚਨ ਨੰਬਰ 23 ਦੇਖਦੇ ਹਾਂ। ਰਾਣਾ ਸਾਂਗਾ ਦੀ ਸੈਨਾ ਵਿੱਚ ਸ਼ਾਮਲ ਸਨ। ਜਿਹੜਾ ਰਾਣਾ ਸਾਂਗਾ ਸੀ, ਖਨਵਾਹ ਦਾ ਯੁੱਧ ਹੋਇਆ, ਰਾਣਾ ਸਾਂਗਾ ਦੀ ਨਾਲ ਕਿਹੜੇ ਵਿਅਕਤੀ ਨੇ ਸਾਥ ਦਿੱਤਾ ਸੀ ਰਾਣਾ ਸਾਂਗਾ ਦਾ? ਉਹਨਾਂ ਵਿੱਚ ਕੌਣ ਸੀ? ਹਾਸਨ ਖਾਂ ਮੇਵਾਤੀ। ਰਾਣਾ ਸਾਂਗਾ ਦਾ ਜਿਹੜਾ ਸਹਿਯੋਗ ਕਰ ਰਿਹਾ ਸੀ ਮਹਿਮੂਦ ਲੋਧੀ ਤੇ ਆਦਮ ਖਾਂ, ਠੀਕ ਹੈ, ਤੇ ਮੇਦਨੀ ਰਾਓ। ਇਹ ਸਾਰੇ ਵਿਅਕਤੀ ਜਿਹੜੇ ਸੰਯੁਕਤ ਸੈਨਾ ਸੀ ਰਾਣਾ ਸਾਂਗਾ ਦੇ ਨਾਲ। ਤਾਂ ਫਿਰ ਵੀ ਕੀ ਹੋਇਆ? ਇਹਨਾਂ ਨੇ ਮਿਲ ਕੇ ਜਿਹੜੇ ਬਾਬਰ ਨੂੰ ਹਰਾ ਨਾ ਸਕੇ, ਜਿਸ ਕਰਕੇ ਬਾਅਦ ਵਿੱਚ ਦੇਖਾਂਗੇ ਮੇਦਨੀ ਰਾਓ ਅੱਗੇ ਜਿਹੜਾ ਬਾਬਰ ਆ, ਮੇਦਨੀ ਰਾਓ ਨੂੰ ਵੀ ਸਬਕ ਸਿਖਾਊਗਾ ਵੀ ਤੂੰ ਵੀ ਇਸ ਵਿੱਚ ਯੁੱਧ ਵਿੱਚ ਸਾਥ ਦਿੱਤਾ, ਤੈਨੂੰ ਵੀ ਮੈਂ ਇਸ ਦਾ ਜਿਹੜੀ ਤੈਨੂੰ ਭੁਗਤਣੀ ਪੈਣੀ ਆ। ਤਾਂ ਇਸ ਕਰਕੇ ਅੱਗੇ ਚੰਦੇਰੀ ਦਾ ਯੁੱਧ ਹੋਊ ਜਿਹੜਾ ਉਹ ਮੇਦਨੀ ਰਾਓ ਦੇ ਵਿਰੁੱਧ ਹੀ ਹੋਵੇਗਾ, ਠੀਕ ਹੈ ਨਾ। ਤੇ ਅੱਗੇ ਕੁਐਸਚਨ ਨੰਬਰ 24 ਦੇਖਾਂ। ਜਿਹਾਦ ਦਾ ਨਾਰਾ ਲਾਇਆ। ਤਾਂ ਕਈ ਵਾਰੀ ਐਗਜ਼ਾਮੀਨਰ ਵੱਲੋਂ ਪੁੱਛਿਆ ਜਾਂਦਾ ਵੀ ਜਿਹੜਾ ਜਿਹਾਦ ਦਾ ਨਾਰਾ ਬਾਬਰ ਨੇ ਕਿਹੜੇ ਯੁੱਧ ਦੇ ਵਿੱਚ ਲਾਇਆ ਸੀ? ਇਹ ਕਿਹੜੇ ਲਾਇਆ ਸੀ? ਖਨਵਾਹ ਦੇ ਯੁੱਧ ਵਿੱਚ ਜੀ। ਬਹੁਤ ਇੰਪੋਰਟੈਂਟ ਆ ਜਿਹਾਦ ਹੁੰਦਾ ਵੀ ਜਿਹੜੇ ਗੈਰ ਇਸਲਾਮਿਕ ਲੋਕ ਨੇ ਉਹਨਾਂ ਨੂੰ ਖਤਮ ਕਰ ਦੇਣਾ। ਇਸ ਕਰਕੇ ਕਿਉਂ ਲਾਇਆ ਸੀ? ਕਿਉਂਕਿ ਖਨਵਾਹ ਦੇ ਯੁੱਧ ਵਿੱਚ ਜਿਹੜੇ ਬਾਬਰ ਦੇ ਸੈਨਿਕ ਸੀ ਉਹ ਭੱਜਣ ਲੱਗ ਗਏ ਸੀ, ਇਸ ਕਰਕੇ ਜਿਹਾਦ ਦਾ ਨਾਰਾ ਦਿੱਤਾ, ਠੀਕ ਹੈ, ਇੱਕ ਜੋਸ਼ ਭਰਿਆ ਆਪਣੇ ਸੈਨਿਕਾਂ ਦੇ ਵਿੱਚ। ਕੁਐਸਚਨ ਨੰਬਰ 25 ਦੇਖਦੇ ਹਾਂ। ਗਾਜੀ ਦੀ ਉਪਾਧੀ ਧਾਰਨ ਕੀਤੀ। ਜਿਹੜਾ ਬਾਬਰ ਨੇ ਗਾਜੀ ਦੀ ਉਪਾਧੀ ਕਿਹੜੇ ਯੁੱਧ ਦੇ ਬਾਅਦ ਧਾਰਨ ਕੀਤੀ ਆ ਜੀ? ਇਹ ਵੀ ਕਿਹੜਾ ਯੁੱਧ ਦੇ ਵਿੱਚੋਂ ਕੀਤੀ ਆ? ਖਾਨਵਾਹ ਦੇ ਯੁੱਧ ਦੇ ਵਿੱਚੋਂ। ਇੱਥੇ ਯਾਦ ਰੱਖਦੇ ਹੋ ਗਾਜੀ ਖਾਨਵਾਹ, ਠੀਕ ਹੈ। ਇਸ ਕਰਕੇ ਜਿਹੜਾ ਬਾਬਰ ਨੇ ਗਾਜੀ ਦੀ ਉਪਾਧੀ ਧਾਰਨ ਕੀਤੀ ਆ ਖਾਨਵਾਹ ਦੇ ਯੁੱਧ ਦੇ ਬਾਅਦ ਕੀਤੀ ਆ। ਕੁਐਸਚਨ ਨੰਬਰ 26 ਦੇਖਿਆ। ਚੰਦੇਰੀ ਦਾ ਯੁੱਧ ਪਿੱਛੇ ਗੱਲ ਕਰਕੇ ਆਏ। ਚੰਦੇਰੀ ਦਾ ਜਿਹੜੇ 29 ਜਨਵਰੀ 1528 ਨੂੰ ਤੇ ਮੇਦਨੀ ਰਾਓ ਤੇ ਬਾਬਰ ਦੇ ਵਿਚਕਾਰ ਹੋਇਆ ਸੀ, ਠੀਕ ਹੈ ਨਾ। ਤਾਂ ਇਹਦੇ ਵਿੱਚ ਬੇਸ਼ੱਕ ਸ਼ੇਰਸ਼ਾਹ ਸੂਰੀ ਨੇ ਵੀ ਜਿਹੜਾ ਮੇਦਨੀ ਰਾਓ ਦਾ ਸਾਥ ਦਿੱਤਾ ਸੀ, ਪਰ ਫਿਰ ਵੀ ਕੀ ਹੋਇਆ? ਬਾਬਰ ਨਾਲ ਜੇਤੂ ਰਿਹਾ, ਠੀਕ ਆ। ਤਾਂ ਜਿਹੜਾ ਚੰਦੇਰੀ ਦਾ ਯੁੱਧ ਕਦੋਂ ਹੋਇਆ ਸੀ? 29 ਜਨਵਰੀ। ਬਹੁਤ ਜ਼ਿਆਦਾ ਇੰਪੋਰਟੈਂਟ ਡੇਟ ਹੈ ਜਿਹੜੀ ਯਾਦ ਰੱਖਣੀ ਆ। 29 ਜਨਵਰੀ 1528 ਨੂੰ ਕਿਸ ਵਿੱਚ ਹੋਇਆ? ਮੇਦਨੀ ਰਾਓ ਤੇ ਬਾਬਰ ਦੇ ਵਿੱਚ, ਠੀਕ ਆ। ਤੇ ਯਾਦ ਰੱਖਦੇ ਹੋ ਸ਼ੇਰਸ਼ਾਹ ਸੂਰੀ ਨੇ ਵੀ, ਇੱਥੇ ਜਿਹੜਾ ਸ਼ੇਰਸ਼ਾਹ ਸੂਰੀ ਆਪਾਂ ਪੜਾਂਗੇ ਜਿਸ ਬਾਰੇ, ਉਸਨੇ ਵੀ ਇਸ ਯੁੱਧ ਵਿੱਚ ਮੇਦਨੀ ਰਾਓ ਦਾ ਸਾਥ ਦਿੱਤਾ ਸੀ ਜੀ। ਕੁਐਸਚਨ ਨੰਬਰ 27 ਦੇਖਦੇ ਹਾਂ। ਮੇਦਨੀ ਰਾਓ ਦੀਆਂ ਪੁੱਤਰੀਆਂ ਦਾ ਵਿਆਹ, ਠੀਕ ਹੈ। ਜਦੋਂ ਆਪਣਾ 29 ਜਨਵਰੀ 1528 ਨੂੰ ਮੇਦਨੀ ਰਾਓ ਜਿਹੜਾ ਯੁੱਧ ਦੇ ਵਿੱਚ ਹਾਰ ਜਾਂਦਾ, ਤਾਂ ਕੀ ਹੁੰਦਾ? ਤਾਂ ਬਾਬਰ ਮੇਦਨੀ ਰਾਓ ਦੀਆਂ 2 ਪੁੱਤਰੀਆਂ ਸੀ, ਜਿਨ੍ਹਾਂ ਦਾ ਵਿਆਹ ਆਪਣੇ 2 ਪੁੱਤਰਾਂ ਹਿਮਾਂਜੂ ਤੇ ਕਾਮਰਾਨ ਦੇ ਨਾਲ ਕਰ ਦਿੰਦਾ ਜੀ। ਕਿਉਂਕਿ ਬਾਬਰ ਦੇ 4 ਪੁੱਤਰ ਆ,
ਜਿਨ੍ਹਾਂ ਵਿੱਚ ਹਿਮਾਂਜੂ, ਅਸਕਰੀ, ਕਮਰਾਨ ਤੇ ਹਿੰਦਾਲ ਦੇ ਨਾਂ ਜਿਹੜੇ ਵਰਣਯੋਗ ਨੇ। ਬਾਬਰ ਦੇ 4 ਪੁੱਤਰ ਸੀ। ਅੱਗੇ ਨੋਟ ਕਰ ਸਕਦੇ ਹੋ ਤੁਸੀਂ ਜਿਹੜੇ ਬਾਬਰ ਦੇ ਪੁੱਤਰ ਹਿਮਾਂਜੂ, ਕਾਮਰਾਨ, ਅਸਕਰੀ ਤੇ ਹਿੰਦਾਲ, ਠੀਕ ਹੈ ਨਾ। ਤਾਂ ਸਭ ਤੋਂ ਵੱਡਾ ਜਿਹੜਾ ਪੁੱਤਰ ਹੁੰਦਾ ਹਿਮਾਂਜੂ, ਜਿਸ ਕਰਕੇ ਉਸਨੂੰ ਰਾਜਗੱਦੀ ਦਿੱਤੀ ਜਾਂਦੀ ਹੈ ਜੀ। ਤੇ ਕੁਐਸਚਨ ਨੰਬਰ ਤੇ ਅੱਗੇ ਗੱਲ ਕਰਦੇ ਹਾਂ ਜੀ। ਬਾਬਰ ਦੇ 4 ਪੁੱਤਰਾਂ ਦੀ ਗੱਲ ਕਰ ਰਹੇ ਸੀ ਆਪਾਂ, ਹਿਮਾਂਜੂ, ਕਾਮਰਾਨ, ਅਸਕਰੀ ਤੇ ਹਿੰਦਾਲ ਜੀ। ਨੈਕਸਟ ਕੁਐਸਚਨ ਨੰਬਰ 29 ਦੇਖਦੇ ਹਾਂ। ਘਾਗਰਾ ਦਾ ਯੁੱਧ ਹੋਇਆ, ਜਿਹੜਾ ਘਾਗਰਾ ਦਾ ਯੁੱਧ ਸੀ, ਜਿਹੜਾ ਬਾਬਰ ਦੁਆਰਾ ਲੜਿਆ ਗਿਆ ਆਗਰਾ ਯੁੱਧ ਆ ਜਿਹੜਾ ਘਾਗਰਾ ਦਾ ਸੀ, ਜਿੱਥੇ 5 ਅਪ੍ਰੈਲ ਲਿਖਿਆ ਹੋਇਆ, ਡੇਟ ਨਹੀਂ ਨੋਟ ਕਰਨੀ ਤੁਸੀਂ। ਇਹ ਅਸਲ ਦੇ ਵਿੱਚ ਜਿਹੜੀ ਇਸ ਦੀ ਸਹੀ ਡੇਟ ਆ 6 ਮਈ 1529, ਪਰ ਕਿਤਾਬਾਂ ਦੇ ਵਿੱਚ ਜ਼ਰੂਰ ਮਤਭੇਦ ਆ, ਕਿਸੇ ਕਿਤਾਬ ਤੇ 5 ਅਪ੍ਰੈਲ 6 ਮਈ, ਠੀਕ ਹੈ। ਤਾਂ ਅਸਲ ਦੇ ਵਿੱਚ 6 ਮਈ ਯਾਦ ਰੱਖਣਾ ਜੀ। ਜਿਹੜਾ ਆਪਣਾ ਘਾਗਰਾ ਦਾ ਯੁੱਧ ਹੋਇਆ 6 ਮਈ 1529 ਨੂੰ ਹੋਇਆ ਜੀ। ਤਾਂ ਇੱਕ ਇਹਦੇ ਬਾਰੇ ਹੋਰ ਗੱਲ ਯਾਦ ਰੱਖਣਾ, ਜਿਹੜਾ ਇਤਿਹਾਸ ਦੇ ਵਿੱਚ ਲੜਿਆ ਜਾਣ ਵਾਲਾ ਜਿਹੜਾ ਜਲ ਤੇ ਥਲ ਵਿੱਚ ਪਹਿਲਾ ਯੁੱਧ ਘਾਗਰਾ ਦਾ ਯੁੱਧ ਸੀ, ਪਹਿਲਾ ਤੇ ਆਖਰੀ ਯੁੱਧ। ਕੁਐਸਚਨ ਨੰਬਰ 30 ਦੇਖਦੇ ਹਾਂ ਜੀ। ਘਾਗਰਾ ਦਾ ਯੁੱਧ ਲੜਿਆ ਗਿਆ, ਜਿਹੜਾ ਘਾਗਰਾ ਦਾ ਯੁੱਧ ਲੜਿਆ ਗਿਆ ਸੀਗਾ ਬੰਗਾਲ ਅਤੇ ਬਿਹਾਰ ਦੀ ਸੈਨਾ ਦੇ ਨਾਲ ਲੜਿਆ ਗਿਆ। ਬਾਬਰ ਦੁਆਰਾ ਲੜਿਆ ਜਾਣ ਵਾਲਾ ਇਹ ਅੰਤਮ ਯੁੱਧ ਸੀ ਜੀ, ਕਿਉਂਕਿ ਜਿਹੜਾ ਬਾਬਰ ਨੇ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਯੁੱਧ ਲੜਿਆ ਤੇ ਇਹਨਾਂ ਦਾ ਸਭ ਤੋਂ ਅੰਤਮ ਜਿਹੜਾ ਯੁੱਧ ਸੀ ਘਾਗਰਾ ਦਾ ਯੁੱਧ ਸੀ ਜੀ, ਠੀਕ ਹੈ ਨਾ ਜੀ। ਕਿਹਦੇ ਵਿੱਚ ਲੜਿਆ ਗਿਆ? ਬਾਬਰ ਅਤੇ ਮਹਿਮੂਦ ਲੋਧੀ। ਇੱਥੇ ਆਈ ਥਿੰਕ ਨਹੀਂ ਲਿਖਿਆ ਹੋਇਆ ਤਾਂ ਲਿਖ ਸਕਦੇ ਹੋ ਮਹਿਮੂਦ ਲੋਧੀ ਅਫਗਾਨਾਂ ਦੇ ਵਿੱਚ, ਠੀਕ ਹੈ, ਜਿਸ ਨੂੰ ਹਰਾਇਆ ਸੀ ਮਹਿਮੂਦ ਲੋਧੀ ਨੂੰ, ਠੀਕ ਹੈ ਨਾ ਜੀ। ਕੁਐਸਚਨ ਨੰਬਰ 31 ਦੇਖਦੇ ਹਾਂ। ਬਾਬਰ ਨੇ ਸਭ ਤੋਂ ਮਹਾਨ ਜਿਹੜਾ ਸ਼ਾਸਕ ਦੱਸਿਆ, ਇੱਥੇ ਆਪਾਂ ਗੱਲ ਕਰਦੇ ਹਾਂ ਜਿਹੜੇ ਬਾਬਰ ਦੇ ਸਮਕਾਲੀ ਸੀ ਉਹਨਾਂ ਬਾਰੇ, ਕਿਉਂਕਿ ਬਾਬਰ ਨੇ ਜਿਹੜੀ ਆਪਣੀ ਆਤਮ ਕਥਾ ਤੁਝ ਕੇ ਬਾਬਰੀ ਦੇ ਵਿੱਚ ਕੀ ਕੀਤਾ, ਤੁਝ ਕੇ ਬਾਬਰੀ ਦੇ ਵਿੱਚ ਕੁਝ ਜਿਹੜੇ ਉਸੇ ਸਮਕਾਲੀ ਸੀ ਉਹਨਾਂ ਨੂੰ ਗੱਲ ਕੀਤੀ ਆ, ਉਹ ਸਮਕਾਲੀਆਂ ਦੀ ਗੱਲ ਆਪਾਂ ਕਰਦੇ ਹਾਂ, ਠੀਕ ਹੈ ਨੇ। ਸੋ ਬਾਬਰ ਨੇ ਸਭ ਤੋਂ ਮਹਾਨ ਜਿਹੜਾ ਸ਼ਾਸਕ ਦੱਸਿਆ ਕਿ ਇਹਨਾਂ ਨੂੰ, ਤਾਂ ਇੱਥੇ ਸਮਕਾਲੀ ਕਿਹੜੇ ਸੀ? ਬਰਾਬਰ ਦੇ ਜਿਹੜੇ ਸੀ ਕ੍ਰਿਸ਼ਨ ਦੇਵ ਰਾਏ ਸੀ ਜਿਹੜਾ ਵਿਜਯਨਗਰ ਨਾਲ, ਤੇ ਨੁਸਰਤ ਸਾਹਿਬ ਬੰਗਾਲ, ਇਹ ਜਿਹੜੇ ਬਾਬਰ ਦੇ ਸਮਕਾਲੀ ਰਾਜਾ ਸੀ, ਉਹਨਾਂ ਦਾ ਜਿਹੜਾ ਵਰਣਨ ਇਸਨੇ ਆਪਣੀ ਤੁਝ ਕੇ ਬਾਬਰੀ ਦੇ ਵਿੱਚ ਵੀ ਕੀਤਾ। ਸਭ ਤੋਂ ਜਿਹੜਾ ਮਹਾਨ ਸ਼ਾਸਕ ਦੱਸਿਆ ਕ੍ਰਿਸ਼ਨ ਦੇਵ ਰਾਏ ਨੂੰ ਦੱਸਿਆ। ਕਈ ਵਾਰੀ ਪੁੱਛਿਆ ਜਾਂਦਾ ਵੀ ਜਿਹੜਾ ਬਾਬਰ ਨੇ ਸਭ ਤੋਂ ਮਹਾਨ ਸ਼ਾਸਕ ਕਿਹੜੇ ਹਿੰਦੂ ਸ਼ਾਸਕ ਨੂੰ ਦੱਸਿਆ ਸੀ? ਕ੍ਰਿਸ਼ਨ ਦੇਵ ਰਾਏ ਨੂੰ, ਜੋ ਕਿ ਵਿਜਯਨਗਰ ਦੇ ਵਿੱਚ ਆਪਾਂ ਪੜਾਂਗੇ। ਬਾਬਰ ਦੀ ਮੌਤ, ਜਿਹੜੀ ਬਾਬਰ ਦੀ ਮੌਤ ਕਦੋਂ ਹੋਈ ਆ? 26 ਦਸੰਬਰ 1530 ਨੂੰ ਆਗਰੇ ਦੇ ਵਿੱਚ ਹੋਈ ਹੈ ਜੀ। ਕਦੋਂ ਹੋਈ ਹੈ ਜੀ? 26 ਦਸੰਬਰ 1530 ਨੂੰ ਬਾਬਰ ਦੀ ਜਿਹੜੀ ਮੌਤ ਹੋਈ ਹੈ ਕਿੱਥੇ ਹੋਈ ਹੈ ਜੀ? ਆਗਰਾ ਦੇ ਵਿੱਚ ਹੀ, ਠੀਕ ਹੈ ਨਾ ਜੀ। ਤੇ ਇਸ ਦੀ ਮੌਤ ਤੋਂ 3 ਦਿਨ ਬਾਅਦ 30 ਦਸੰਬਰ ਦੇ ਲਗਭਗ ਜਿਹੜਾ 1530 ਦੇ ਵਿੱਚ ਜਿਹੜਾ ਹਿਮਾਂਜੂ ਗੱਦੀ ਤੇ ਬੈਠਦਾ ਗਾ ਜੀ। ਕੁਐਸਚਨ ਨੰਬਰ 33 ਦੇਖਦੇ ਹਾਂ। ਬਾਬਰ ਨੇ ਆਗਰੇ ਵਿੱਚ ਬਾਗ ਬਣਾਇਆ ਸੀ ਜੀ। ਕਿਹੜਾ ਬਾਗ? ਜਿਹੜਾ ਬਾਗ ਬਣਾਇਆ ਸੀ ਨੂਰ ਅਫਗਾਨ ਬਾਗ ਵੀ ਕਿਹਾ ਜਾਂਦਾ ਇਸ ਨੂੰ, ਜਾਂ ਫਿਰ ਆਰਾਮ ਬਾਗ ਜਿਹੜਾ ਆਪਾਂ ਗੱਲ ਕਰਦੇ ਹਾਂ। ਕੁਐਸਚਨ ਨੰਬਰ 34 ਦੇਖਦੇ ਹਾਂ। 3 ਮੁਗਲ ਸ਼ਾਸਕ ਜਿਨ੍ਹਾਂ ਦਾ ਮਕਬਰਾ ਭਾਰਤ ਤੋਂ ਬਾਹਰ ਹੈ ਜੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆ। ਕਿਹੜੇ ਮੁਗਲ ਸ਼ਾਸਕ ਸੀ ਜਿਨ੍ਹਾਂ ਦਾ ਜਿਹੜਾ ਮਕਬਰਾ ਭਾਰਤ ਦੇ ਵਿੱਚ ਨਹੀਂ ਹੈਗਾ ਜੀ? ਸਭ ਤੋਂ ਪਹਿਲਾਂ ਦੇਖਦੇ ਹਾਂ ਬਾਬਰ। ਜਿਹੜਾ ਬਾਬਰ ਦਾ ਮਕਬਰਾ ਕਿੱਥੇ ਬਣਿਆ ਹੋਇਆ ਜੀ? ਕਾਬਲ ਦੇ ਵਿੱਚ। ਤਾਂ ਯਾਦ ਰੱਖਣਾ ਬਾਬਰ ਬੜਾ ਕਾਬਲ ਸੀ, ਕਾਬਲ ਦੇ ਵਿੱਚ। ਨੈਕਸਟ ਹੈਗਾ ਜਹਾਂਗੀਰ ਲਾਹੌਰ, ਆਪਾਂ ਕਹਿੰਦੇ ਜੰਗੀਰ ਲਿਆਓ ਲਾਹੌਰ। ਨੈਕਸਟ ਹੈਗਾ ਬਹਾਦਰ ਸ਼ਾਹ ਜ਼ਫਰ। ਇਸ ਨੂੰ ਤੁਹਾਨੂੰ ਪਤਾ ਜਦੋਂ 1857 ਦਾ ਜਿਹੜਾ ਵਿਦਰੋਹ ਹੋਇਆ ਸੀ ਬਹਾਦਰ ਸ਼ਾਹ ਜ਼ਫਰ ਜਾਂ ਬਹਾਦਰ ਸ਼ਾਹ ਦੂਜਾ ਬੋਲਦੇ ਆ, ਤਾਂ ਅੰਗਰੇਜ਼ਾਂ ਨੇ ਇਸ ਨੂੰ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜਤਾ ਸੀ? ਰੰਗੂਨ ਦੇ ਵਿੱਚ, ਜਿੱਥੇ ਇਹਦੀ 1862 ਦੇ ਵਿੱਚ ਮੌਤ ਹੋ ਜਾਂਦੀ ਹੈ ਜੀ। ਇਸ ਕਰਕੇ 3 ਸ਼ਾਸਕ ਆ ਜਿਹੜੇ ਮੁਗਲ ਜਿਨ੍ਹਾਂ ਦਾ ਮਕਬਰਾ ਭਾਰਤ ਤੋਂ ਬਾਹਰ ਆ ਜੀ। ਬਾਬਰ ਦੀ ਜਿਹੜੀ ਆਤਮ ਕਥਾ ਕਿਹੜੀ ਆ ਜੀ? ਤੁਝ ਕੇ ਬਾਬਰੀ। ਕਿਹੜੀ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਜੀ? ਤੁਰਕੀ ਦੇ ਵਿੱਚ ਲਿਖੀ ਗਈ ਆ। ਕਿਹੜੀ ਜਿਹੜੀ ਆਪਣਾ ਤੁਰਕੀ ਭਾਸ਼ਾ ਦੇ ਵਿੱਚ ਲਿਖੀ, ਕਿਉਂਕਿ ਜਿਹੜੀ ਬਾਬਰ ਦੀ ਮਾਤ ਭਾਸ਼ਾ ਕਿਹੜੀ ਸੀ? ਤੁਰਕੀ ਸੀ ਜੀ। ਉਸ ਤੋਂ ਬਾਅਦ ਕੁਐਸਚਨ ਨੰਬਰ 37 ਦੇ ਕਾਵਿ ਸੰਗ੍ਰਹਿ ਲਿਖਿਆ ਇੱਕ ਬਾਬਰ ਨੇ, ਉਹ ਕਿਹੜਾ ਕਾਵਿ ਸੰਗ੍ਰਹਿ ਸੀ? ਦੀਵਾਨੇ ਤੁਰਕੀ। ਦੀਵਾਨੇ ਤੁਰਕੀ ਦਾ ਸੰਬੰਧ ਕਿਹਦੇ ਨਾਲ ਆ? ਬਾਬਰ ਨਾਲ ਜੀ, ਦੀਵਾਨੇ ਤੁਰਕੀ। ਨੈਕਸਟ ਲਿਖਦੇ ਹਾਂ ਜੀ ਆਪਾਂ, ਜਿਹੜਾ ਬਾਬਰ ਨੇ ਕਿਹੜੀ ਪਦ ਸ਼ੈਲੀ ਦੀ ਜਿਹੜੀ ਸੰਸਥਾਪਨਾ ਕੀਤੀ ਹੈ ਜਾਂ ਸਥਾਪਿਤ ਕੀਤੀ ਹੈ? ਉਹ ਹੈਗੀ ਮੁਈਜ਼ਾਨ ਪਦ ਸ਼ੈਲੀ। ਤਾਂ ਯਾਦ ਰੱਖਿਓ ਮੁਈਜ਼ਾਨ ਜਿਹੜੀ ਪਦ ਸ਼ੈਲੀ ਯਾਦ ਰੱਖਿਓ ਜੀ, ਬਾਬਰ ਦੁਆਰਾ ਸਥਾਪਿਤ ਕੀਤੀ ਹੈ।
ਕੁਐਸਚਨ ਨੰਬਰ 38 ਦੇਖਦੇ ਹਾਂ ਰਸਾਲੇ ਉਸਜ ਜਿਸ ਨੂੰ ਖਾਤੇ ਬਾਬਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਠੀਕ ਹੈ, ਇਹ ਵੀ ਬਾਬਰ ਦੁਆਰਾ ਇੱਕ ਰਚਿਤ ਹੈ। ਤਾਂ ਇਹ ਥੋੜ੍ਹੀਆਂ ਰਚਨਾਵਾਂ ਯਾਦ ਰੱਖਣੇ ਬਹੁਤ ਜ਼ਿਆਦਾ ਪੇਪਰ ਪੱਖੋਂ ਜ਼ਰੂਰੀ ਹਨ। ਕੁਐਸਚਨ ਨੰਬਰ 39 ਦੇ ਵਿੱਚ ਸੜਕਾਂ ਦਾ ਨਾਪ ਲਈ ਜਾਂ ਸੜਕਾਂ ਨੂੰ ਨਾਪਣ ਲਈ ਬਾਬਰ ਨੇ ਕਿਹੜਾ ਗਜ ਚਲਾਇਆ ਸੀ ਜੀ? ਕਿਹੜਾ ਚਲਾਇਆ ਸੀ? ਗਾਜੇ ਬਾਬਰੀ। ਗਾਜੇ ਬਾਬਰੀ ਚਲਾਇਆ ਸੀ। ਕਿਹੜਾ ਚਲਾਇਆ ਸੀ? ਗਾਜੇ ਬਾਬਰੀ। ਬਾਬਰ ਸ਼ਬਦ ਦਾ ਅਰਥ ਹੈ ਜਿਹੜਾ ਬਾਬਰ ਸ਼ਬਦ ਕਿਹੜੀ ਭਾਸ਼ਾ ਦਾ ਇੱਥੇ ਅਰਥ ਨਹੀਂ ਸੌਰੀ ਬਾਬਰ ਕਿਹੜੀ ਭਾਸ਼ਾ ਸ਼ਬਦ? ਤੁਰਕੀ ਭਾਸ਼ਾ ਸ਼ਬਦ ਤੁਰਕ ਸੀ, ਤੁਰਕੀ ਹੈ। ਕੁਐਸਚਨ ਨੰਬਰ 41 ਦੇਖਦੇ ਹਾਂ ਮੇਵਾੜ ਦਾ ਰਾਣਾ ਸਾਂਗਾ ਕਿਸ ਵੰਸ਼ ਨਾਲ ਸੰਬੰਧ ਸੀ? ਇਹ ਸਿਸੋਦੀਆ ਵੰਸ਼ ਨਾਲ। ਕਿਹੜੇ ਵੰਸ਼ ਨਾਲ ਸੀ? ਸਿਸੋਦੀਆ। ਸਿਸੋਦੀਆ ਆਪਾਂ ਅਕਬਰ ਦੇ ਵਿੱਚ ਕੀਤਾ ਸੀ ਵੀ ਕਿਹੜਾ ਵੰਸ਼ ਸੀ ਜਿਸ ਨੇ ਅਕਬਰ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ ਸੀ? ਸਿਸੋਦੀਆ। ਤਾਂ ਯਾਦ ਰੱਖਣਾ ਜੀ ਜਿਹੜਾ ਮੇਵਾੜ ਦਾ ਰਾਣਾ ਸਾਂਗਾ ਸੀ ਕਿਹੜੇ ਵੰਸ਼ ਨਾਲ ਸੰਬੰਧ ਸੀ? ਸਿਸੋਦੀਆ ਨਾਲ ਜੀ। ਕੁਐਸਚਨ ਨੰਬਰ 41 ਦੇਖਦੇ ਹਾਂ 41 ਦੇਖਦੇ ਹਾਂ ਇੱਥੇ ਸੌਰੀ ਮਿਸਟੇਕ ਹੋ ਗਈ। ਕੁਐਸਚਨ 41 ਦੇ ਵਿੱਚ ਕੀ ਆ? ਬਾਬਰ ਦੀ ਆਤਮ ਕਥਾ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਜਿਹੜਾ ਬਾਬਰ ਦੀ ਆਤਮ ਕਥਾ ਆਪਾਂ ਪਿੱਛੇ ਗੱਲ ਕੀਤੀ ਆ ਬਾਬਰ ਦੀ ਜਿਹੜੀ ਆਤਮ ਕਥਾ ਸੀ ਉਹਦਾ ਅਬਦੁਲ ਰਹੀਮ ਖਾਨ ਨੇ ਫਾਰਸੀ ਵਿੱਚ ਅਨੁਵਾਦ ਕੀਤਾ ਸੀ ਜੀ। ਪਰ ਇੱਥੇ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਨ ਵਾਲਾ ਇਸ ਨੂੰ ਕੌਣ ਸੀ? ਮੈਡਮ ਮਿਸਿਸ ਵੇਬਰਜ਼। ਕੌਣ ਸੀ? ਮੈਡਮ ਵੇਬਰਜ਼। ਤਾਂ ਇਹ ਗੱਲ ਯਾਦ ਰੱਖਿਓ। ਨੈਕਸਟ ਫਿਰ 41 ਨੰਬਰ ਪੈ ਗਿਆ। ਤਾਂ ਬਾਬਰ ਦਾ ਉੱਤਰਾਧਿਕਾਰੀ ਜਿਹੜਾ ਬਾਬਰ ਦਾ ਉੱਤਰਾਧਿਕਾਰੀ ਤੁਸੀਂ ਸਾਰੇ ਜਾਣਦੇ ਹੋ ਕੌਣ ਸੀ? ਹਿਮਾਜੂ। ਹਿਮਾਜੂ ਠੀਕ ਹੈ ਨਾ, ਹਿਮਾਜੂ ਠੀਕ ਹੈ ਨਾ, ਯਾਦ ਰੱਖਿਓ। ਕੁਐਸਚਨ ਨੰਬਰ 42 ਦੇਖਦੇ ਹਾਂ ਤੋਪਖਾਨੇ ਦੀ ਪਹਿਲੀ ਵਾਰ ਵਰਤੋਂ ਹੋਈ। ਤਾਂ ਪਿੱਛੇ ਵੀ ਗੱਲ ਚੁੱਕੇ ਹਾਂ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਜਿਹੜੀ ਕਿ ਇਬਰਾਹਿਮ ਲੋਧੀ ਦੇ ਵਿਰੁੱਧ ਸੀ। ਨੈਕਸਟ ਕੁਐਸਚਨ ਨੰਬਰ 43 ਦੇਖਦੇ ਹਾਂ ਗੁਲਵਦਨ ਬੇਗਮ ਪੁੱਤਰੀ ਸੀ। ਗੁਲਵਦਨ ਬੇਗਮ ਪੁੱਤਰੀ ਸੀ ਕਿਸ ਦੀ ਜੀ? ਬਾਬਰ ਦੀ। ਬਾਬਰ ਦੀ ਪੁੱਤਰੀ ਸੀ ਜਿਸਨੇ ਹਿਮਾਜੂਨਾਮਾ ਲਿਖਿਆ ਸੀ ਜਿਹੜਾ। ਕੁਐਸਚਨ ਨੰਬਰ 44 ਦੇ ਵਿੱਚ ਦੇਖਦੇ ਹਾਂ ਜੀ 1497 ਵਿੱਚ ਬਾਬਰ ਨੇ ਤੈਮੂਰ ਦੀ ਰਾਜਧਾਨੀ ਸਮਰਕੰਦ ਤੇ ਜਿੱਤ ਪ੍ਰਾਪਤ ਕੀਤੀ ਹੈ ਜੀ। ਠੀਕ ਹੈ, ਬੇਸ਼ੱਕ ਪੇਪਰ ਪੱਖੋਂ ਜ਼ਿਆਦਾ ਇੰਪੋਰਟੈਂਟ ਪੇਪਰ ਜਿਹੜਾ ਕੁਐਸਚਨ ਨਹੀਂ ਹੈਗਾ ਪਰ ਤੁਸੀਂ ਯਾਦ ਰੱਖ ਸਕਦੇ ਹੋ। ਕੁਐਸਚਨ ਨੰਬਰ 45 ਦੇ ਉਜ਼ਬੇਕਾਂ ਦਾ ਆਗੂ ਕੌਣ ਸੀ? ਜਿਹੜੇ ਉਜ਼ਬੇਕ ਜਾਤੀ ਸੀ ਜਿਨ੍ਹਾਂ ਤੋਂ ਬਾਬਰ ਨੇ ਜਿਹੜੀ ਸਿੱਖਿਆ ਪ੍ਰਾਪਤ ਕੀਤੀ ਸੀ। ਉਜ਼ਬੇਕਾਂ ਦਾ ਆਗੂ ਕੌਣ ਸੀ? ਉਹ ਹੈਗਾ ਸੀ ਸੈਵਾਨੀ ਖਾਂ ਜੀ। ਕੌਣ ਸੀ? ਸੈਵਾਨੀ ਖਾਂ। ਸੈਵਾਨੀ ਖਾਂ ਠੀਕ ਹੈ, ਜਿਨ੍ਹਾਂ ਤੋਂ ਬਾਬਰ ਨੂੰ ਕਾਫੀ ਖੌਫ ਰਹਿੰਦਾ ਸੀ। ਠੀਕ ਆ, ਉਜ਼ਬੇਕਾਂ ਦਾ ਜਿਹੜਾ ਆਗੂ ਕੌਣ ਸੀ? ਸੈਵਾਨੀ ਖਾਂ। ਕੁਐਸਚਨ ਨੰਬਰ 46 ਦੇਖਦੇ ਹਾਂ 1519-20 ਵਿੱਚ ਬਾਬਰ ਨੇ ਭਾਰਤ ਤੇ ਹਮਲੇ ਕੀਤੇ। ਜਿਹੜੇ 1519-20 ਦੇ ਵਿੱਚ ਬਾਬਰ ਨੇ ਭਾਰਤ ਤੇ ਹਮਲਾ ਕੀਤਾ ਸੀ ਜਿਹੜਾ ਉਹ ਕਿਹੜਾ ਹਮਲਾ ਸੀ? ਉਹਦਾ ਤੀਸਰਾ ਹਮਲਾ ਸੀ। ਤੀਸਰਾ ਹਮਲਾ ਸੀ ਕਿਹੜਾ? ਸ਼ੈਦਪੁਰ ਦਾ। ਠੀਕ ਹੈ ਜੀ, ਆਪਾਂ ਅੱਗੇ ਗੱਲ ਕਰੀਏ ਸ਼ੈਦਪੁਰ ਦਾ ਜਿਹੜਾ ਹਮਲਾ ਸੀ ਨਾਨਕ ਬਾਰੇ ਜਿਹੜੀ ਆਪਾਂ ਗੱਲ ਕਰਾਂਗੇ ਅੱਗੇ ਜਾ ਕੇ। ਕੁਐਸਚਨ ਨੰਬਰ 46 ਦੁਬਾਰਾ ਫੇਰ ਰਿਪੀਟ ਹੋ ਗਿਆ। ਤਾਂ ਕੁਐਸਚਨ ਨੰਬਰ 46 ਦੇ ਵਿੱਚ ਬਾਬਰ ਨੇ ਪੰਜਾਬ ਤੇ ਕਬਜ਼ਾ ਕੀਤਾ ਸੀ। ਕਦੋਂ ਕੀਤਾ ਸੀ? 1524 ਦੇ ਵਿੱਚ ਹੀ। ਕਦੋਂ ਕੀਤਾ ਸੀ? 1524 ਦੇ ਵਿੱਚ ਹੀ। ਬਾਬਰ ਨੂੰ ਅਗਲਾ ਕੁਐਸਚਨ ਦੇ 47 ਦੇ ਵਿੱਚ ਕੁਐਸਚਨ ਨੰਬਰ ਬਾਬਰ ਨੇ ਪੰਜਾਬ ਤੇ ਕਬਜ਼ਾ ਕਦੋਂ ਕੀਤਾ? 1524 ਦੇ ਵਿੱਚ ਜਿਹੜਾ ਬਾਬਰ ਨੇ ਪੰਜਾਬ ਤੇ ਕਬਜ਼ਾ ਜਿਹੜਾ ਪੂਰੀ ਤਰ੍ਹਾਂ ਕਰ ਲਿਆ ਸੀ। ਯਾਦ ਰੱਖਣੀ ਗੱਲ ਆ ਬਾਬਰ ਨੇ ਪੰਜਾਬ ਤੇ ਕਬਜ਼ਾ ਕਦੋਂ ਕੀਤਾ? 1524 ਦੇ ਵਿੱਚ ਹੀ। ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 48 ਬਾਬਰ ਨੇ ਆਪਣੀ ਆਤਮ ਕਥਾ ਵਿੱਚ ਹਿੰਦੂ ਰਾਜ ਦਾ ਉਲੇਖ ਕੀਤਾ। ਹਿੰਦੂ ਰਾਜ ਕਿਹੜੇ ਕਿਹੜੇ ਹਿੰਦੂ ਰਾਜਾਂ ਦਾ ਉਲੇਖ ਕੀਤਾ ਸੀ? ਮੇਵਾੜ ਤੇ ਵਿਜੇਨਗਰ। ਆਪਾਂ ਪਿੱਛੇ ਵੀ ਗੱਲ ਕੀਤੀ ਆ ਜਿਹੜਾ ਮੇਵਾੜ ਤੇ ਵਿਜੇਨਗਰ ਜਿਹੜੇ ਰਾਜ ਸੀ ਹਿੰਦੂ ਰਾਜ ਸੀ ਉਹਨਾਂ ਦਾ ਜਿਹੜਾ ਜ਼ਿਕਰ ਆਪਣਾ ਆਤਮ ਕਥਾ ਤੁਝ ਕੇ ਬਾਬਰੀ ਦੇ ਵਿੱਚ ਕੀਤੀ ਹੈ ਜੀ। ਕੁਐਸਚਨ ਨੰਬਰ 49 ਦੇਖਦੇ ਹਾਂ ਬਾਬਰ ਦੇ ਤੋਪਚੀ। ਜਿਹੜੇ ਬਾਬਰ ਦੇ ਤੋਪਚੀ ਕਿਹੜੇ ਕਿਹੜੇ ਸੀ? ਉਸਤਾਦ ਅਲੀ ਤੇ ਮੁਸਤਫਾ ਅਲੀ। ਉਸਤਾਦ ਅਲੀ ਕੁਲੀ ਵੀ ਕਹਿ ਸਕਦੇ ਆਪਾਂ, ਉਸਤਾਦ ਅਲੀ ਕੁਲੀ ਜਾਂ ਮੁਸਤਫਾ ਅਲੀ ਜਿਹੜੇ ਬਾਬਰ ਦੇ ਦੋ ਤੋਪਚੀ ਸੀ ਜਿਨ੍ਹਾਂ ਕਰਕੇ ਜਿਹੜਾ ਬਾਬਰ ਨੇ ਆਪਣੀਆਂ ਜਿੱਤਾਂ ਨੂੰ ਯਕੀਨੀ ਬਣਾਇਆ ਜੀ। ਕੁਐਸਚਨ ਨੰਬਰ 50 ਦੇਖਦੇ ਹਾਂ ਬਾਬਰ ਨੇ ਬਾਦਸ਼ਾਹ ਦੀ ਉਪਾਧੀ ਧਾਰਨ ਕੀਤੀ ਹੈ ਜੀ। ਇੱਥੇ ਯਾਦ ਰੱਖਣਾ ਪਾਤਸ਼ਾਹ ਨਹੀਂ ਬਾਦਸ਼ਾਹ। ਜਿਹੜਾ ਬਾਦਸ਼ਾਹ ਦੀ ਉਪਾਧੀ ਧਾਰਨ ਕੀਤੀ ਆ 1507 ਦੇ ਵਿੱਚ ਜੀ। ਬਾਬਰ ਨੇ ਆਪਣੇ ਪਿਤਾ ਵੱਲੋਂ ਤੈਮੂਰ ਵੰਸ਼ ਦਾ ਜਿਹੜਾ 5ਵਾਂ ਵੰਸ਼ ਸੀ ਜਿਹੜੇ ਆਪਣੇ ਪਿਤਾ ਵੱਲੋਂ ਸੀ 5ਵਾਂ ਸੀ ਐਂਡ ਆਪਣੀ ਮਾਤਾ ਵੱਲੋਂ ਕਿੰਨਵਾਂ ਸੀ ਜੀ? 14ਵਾਂ। ਤੇ ਇਹ ਵੀ ਥੋੜਾ ਜਿਹਾ ਯਾਦ ਰੱਖ ਸਕਦੇ ਹੋ। ਤੇ ਮਾਤਾ ਵੱਲੋਂ 14ਵੇਂ ਵੰਸ਼ ਦਾ ਸੀ ਤੇ ਪਿਤਾ ਵੱਲੋਂ 5ਵਾਂ। ਕੁਐਸਚਨ ਨੰਬਰ 53 ਦੇਖਦੇ ਆ ਬਾਬਰ ਨੇ ਆਪਣਾ ਰਾਜ ਰੋਹਣ ਆਪਣੀ ਦਾਦੀ ਇਸਾਨ ਦੌਲਤ ਬੇਗਮ ਦੇ ਸਹਿਯੋਗ ਨਾਲ ਕਰਵਾਇਆ ਸੀ ਜੀ। ਜਿਹੜੀ ਦਾਦੀ ਸੀ ਕਿਹੜੀ ਸੀ? ਇਸਾਨ ਦੌਲਤ ਬੇਗਮ। ਠੀਕ ਹੈ, ਉਸ ਦੀ ਸਹਾਇਤਾ ਦੇ ਨਾਲ ਉਸ ਸਹਿਯੋਗ ਨਾਲ ਕਰਵਾਇਆ ਸੀ। ਠੀਕ ਹੈ ਨਾ ਜੀ।
ਕੁਐਸਚਨ ਨੰਬਰ 54 ਦੇਖਦੇ ਹਾਂ, ਚੌਥੇ ਅਭਿਆਨ 1524 ਜੇ ਆਪਾਂ ਗੱਲ ਕਰਦੇ ਹਾਂ ਵੀ ਬਾਬਰ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ, ਤਾਂ ਬਾਬਰ ਨੇ ਕਿਹੜੇ ਕਿਹੜੇ ਇਲਾਕੇ ਜਿੱਤ ਲਏ ਸੀ? ਲਾਹੌਰ ਤੇ ਦੀਪਾਲਪੁਰ। ਕਿਹੜੇ ਕਿਹੜੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਚੌਥੇ ਹਮਲੇ ਦੇ ਵਿੱਚ? ਲਾਹੌਰ ਤੇ ਦੀਪਾਲਪੁਰ ਦੇ ਵਿੱਚ, ਦੀਪਾਲਪੁਰ, ਠੀਕ ਹੈ ਨਾ ਜੀ। ਤਾਂ ਪੰਜਾਬ ਤੇ ਪੂਰੀ ਤਰ੍ਹਾਂ ਜਿਹੜੇ ਕਬਜ਼ਾ ਅਜਮਾ ਲਿਆ ਸੀ 1524 ਦੇ ਲਗਭਗ। ਕੁਐਸਚਨ ਨੰਬਰ 55 ਦੇਖਦੇ ਹਾਂ, ਬਾਬਰ ਦੀ ਮੌਤ ਜਿਹੜੀ ਕਿੰਨੇ ਸਾਲਾਂ ਦੀ ਉਮਰ ਵਿੱਚ ਹੋਈ ਸੀ? 48 ਸਾਲ ਦੀ ਉਮਰ ਵਿੱਚ। 26 ਦਸੰਬਰ ਆਪਾਂ ਕਿਸੇ ਗੱਲ ਕਰਕੇ ਆਏ ਹਾਂ 1530 ਦੇ ਵਿੱਚ ਹੋਈ ਸੀ। ਉਮਰ ਕਿੰਨੀ ਸੀ? 48 ਸਾਲ। ਕੁਐਸਚਨ ਨੰਬਰ 56 ਦੇਖਦੇ ਹਾਂ, ਦੌਲਤ ਖਾਂ ਨੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦਾ ਸੱਦਾ ਭੇਜਿਆ। ਕਿਸ ਰਾਹੀਂ ਭੇਜਿਆ ਸੀ? ਪੁੱਤਰ ਦਿਲਾਵਰ ਖਾਂ ਤੇ ਆਲਮ ਖਾਂ ਰਾਹੀਂ। ਕਿਸ ਰਾਹੀਂ ਭੇਜਿਆ ਸੀ? ਪੁੱਤਰ ਦਿਲਾਵਰ ਖਾਂ ਤੇ ਆਲਮ ਖਾਂ ਰਾਹੀਂ ਜਿਹੜਾ ਸੱਦਾ ਭੇਜਿਆ ਸੀ, ਠੀਕ ਹੈ ਨਾ। ਦਿਲਾਵਰ ਖਾਂ ਯਾਦ ਰੱਖਿਓ ਜੀ। ਕੁਐਸਚਨ ਨੰਬਰ 57 ਦੇਖਦੇ ਹਾਂ, ਦੌਲਤ ਖਾਂ ਪੰਜਾਬ ਵਿੱਚ ਸੁਤੰਤਰਤਾ ਬਣਾਈ ਰੱਖਣਾ ਚਾਹੁੰਦਾ ਸੀ। ਆਪਾਂ ਪਿੱਛੇ ਵੀ ਗੱਲ ਚੁੱਕੇ ਹਾਂ, ਜਿਹੜਾ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦਾ ਸੱਦਾ ਦੇਣ ਦਾ ਕਾਰਨ ਸੀ ਦੌਲਤ ਖਾਂ ਸੀ, ਆਪਣਾ ਪੰਜਾਬ ਦੀ ਸੁਤੰਤਰਤਾ ਬਣਾਈ ਰੱਖਣਾ ਚਾਹੁੰਦਾ ਸੀ। 58 ਦੇ ਵਿੱਚ ਕੀ ਅੱਗੇ ਕੀ ਆਲਮ ਖਾਂ ਦਿੱਲੀ ਤੇ ਆਪਣਾ ਅਧਿਕਾਰ ਜਮਾਉਣਾ ਚਾਹੁੰਦਾ ਸੀ। ਤੇ ਰਾਣਾ ਸਾਂਗਾ ਦਾ ਵੀ ਉਦੇਸ਼ ਕੀ ਸੀ? ਜਿਹੜੀ ਬਾਬਰ ਦੀ ਸਹਾਇਤਾ ਨਾਲ ਅਫਗਾਨਾ ਸ਼ਕਤੀ ਨੂੰ ਨਸ਼ਟ ਕਰਨਾ ਤੇ ਦਿੱਲੀ ਤੇ ਅਧਿਕਾਰ ਕਰਨਾ ਜੀ। ਆਪਾਂ ਪਿੱਛੇ ਵੀ ਗੱਲ ਕਰ ਚੁੱਕੇ ਹਾਂ ਇਸ ਬਾਰੇ। ਕੁਐਸਚਨ ਨੰਬਰ 60 ਦੇਖਦੇ ਹਾਂ, ਬਾਬਰਨਾਮਾ ਵਿੱਚ ਸੈਨਾ ਦੀ ਗਿਣਤੀ ਜਿਹੜੀ ਬਾਬਰ ਨੇ ਆਪਣੀ ਕਿੰਨੀ ਦੱਸੀ ਸੀ? ਠੀਕ ਹੈ ਨਾ, ਬਾਬਰ ਨੇ ਦੱਸਿਆ ਸੀ ਵੀ ਉਸ ਕੋਲ ਕੇਵਲ 12000 ਸੈਨਿਕ ਸਨ ਜਦੋਂ ਉਸਨੇ ਪਾਣੀਪਤ ਦੀ ਪਹਿਲੀ ਲੜਾਈ ਲੜੀ ਸੀ ਜੀ, ਠੀਕ ਆ। ਬੇਸ਼ੱਕ ਇਹ ਥੋੜਾ ਬਹੁਤ ਇਹਦੇ ਵਿੱਚ ਫਰਕ ਵੀ ਹੋਇਆ ਡਾਟੇ ਦੇ ਵਿੱਚ, ਤਾਂ ਇੱਥੇ ਇਹਨੇ ਗਿਣਤੀ ਜਿਹੜੀ ਆਪਾਂ ਗੱਲ ਕਰਦੇ ਹਾਂ ਤੁਜਕੀ ਬਾਬਰ ਦੀ ਗਿਣਤੀ ਕਿੰਨੀ ਸੀ? 12000। ਦੂਜੇ ਪਾਸੇ ਇਬਰਾਹਿਮ ਲੋਧੀ ਦੀ ਗਿਣਤੀ ਕਿੰਨੀ ਸੀ? 1 ਲੱਖ ਦੇ ਲਗਭਗ। ਕੁਐਸਚਨ ਨੰਬਰ 61 ਦੇਖਦੇ ਹਾਂ, 1526 ਵਿੱਚ ਬਾਬਰ ਨੇ ਕਿਸ ਵੰਸ਼ ਦਾ ਅੰਤ ਕਰਕੇ ਮੁਗਲ ਵੰਸ਼ ਦੀ ਨੀਂਹ ਰੱਖੀ ਸੀ? ਤੁਸੀਂ ਸਾਰੇ ਜਾਣਦੇ ਹੋ ਲੋਧੀ ਵੰਸ਼। ਲੋਧੀ ਵੰਸ਼ ਦੇ 3 ਸ਼ਾਸਕ ਕੱਲ ਵੀ ਗੱਲ ਕੀਤੀ ਸੀ, ਬਹਿਲੋਲ ਲੋਧੀ, ਸਿਕੰਦਰ ਲੋਧੀ ਤੇ ਇਬਰਾਹਿਮ ਲੋਧੀ। ਇਬਰਾਹਿਮ ਲੋਧੀ ਮੁਗਲ ਵੰਸ਼ ਦਾ ਪਹਿਲਾ ਆਪਣਾ ਲੋਧੀ ਵੰਸ਼ ਦਾ ਇੱਕ ਇਤਿਹਾਸ ਦੇ ਵਿੱਚ ਪਹਿਲਾ ਸ਼ਖਸ ਜਿਹੜਾ ਆਪਣਾ ਯੁੱਧ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਸੀ ਜੀ। ਕੁਐਸਚਨ ਨੰਬਰ 62 ਦੇਖਦੇ ਹਾਂ, ਪਾਣੀਪਤ ਦਾ ਪਹਿਲਾ ਯੁੱਧ ਹੋਇਆ ਕਦੋਂ ਹੋਇਆ ਸੀ? 21 ਅਪ੍ਰੈਲ 1526 ਨੂੰ ਆਪਾਂ ਗੱਲ ਕਰ ਚੁੱਕੇ ਹਾਂ, ਜ਼ਿਆਦਾ ਰਿਪੀਟ ਕਰਨ ਦੀ ਜ਼ਰੂਰਤ ਨਹੀਂ। 21 ਅਪ੍ਰੈਲ 1526 ਜ਼ਿਆਦਾਤਰ ਮੋਸਟਲੀ ਤੁਹਾਨੂੰ ਇਸ ਬਾਰੇ ਪਤਾ ਜੀ। ਬਾਬਰ ਨੇ ਤੁਲਗਮਾ ਨੀਤੀ ਦਾ ਪ੍ਰਯੋਗ ਕੀਤਾ, ਇਹ ਵੀ ਆਮ ਤੌਰ ਤੇ ਪਤਾ। ਕਿਹੜੇ ਯੁੱਧ ਵਿੱਚ? ਪਾਣੀਪਤ ਦੇ ਪਹਿਲੇ ਯੁੱਧ ਦੇ ਵਿੱਚ। ਕੁਐਸਚਨ ਨੰਬਰ 64 ਤੇ ਆ ਜਾਓ ਜੀ, ਕਿਸ ਯੁੱਧ ਨੂੰ ਜਿੱਤਣ ਤੋਂ ਬਾਅਦ ਬਾਬਰ ਨੇ ਕਲੰਦਰ ਦੀ ਉਪਾਧੀ ਧਾਰਨ ਕੀਤੀ ਹੈ ਜੀ? ਹਾਂਜੀ, ਕਲੰਦਰ ਦੀ ਉਪਾਧੀ। ਕਲੰਦਰ ਐਂਡ ਗਾਜੀ ਜਿਹੜੀ ਆਪਾਂ ਦੋਨਾਂ ਉਪਾਧੀਆਂ ਦੀ ਗੱਲ ਕਰਦੇ ਹਾਂ। ਗਾਜੀ ਦੀ ਉਪਾਧੀ ਧਾਰਨ ਕੀਤੀ ਆ। ਗਾਜੀ ਦੀ ਉਪਾਧੀ ਕਿਹੜੀ ਜਿੱਤ ਤੋਂ ਧਾਰਨ ਕੀਤੀ ਆ? ਖਾਨਗਵਾਹ ਜਾਂ ਕਨਵਾਹ ਦੀ ਜਿੱਤ ਤੋਂ ਬਾਅਦ। ਤੇ ਕਲੰਦਰ ਜਦੋਂ ਬਾਬਰ 1526 ਦੇ ਵਿੱਚ ਇਬਰਾਹਿਮ ਲੋਧੀ ਤੋਂ ਜਿੱਤਿਆ, ਤਾਂ ਬਾਬਰ ਨੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਕਾਬਲ ਦੇ ਲੋਕਾਂ ਨੂੰ ਚਾਂਦੀ ਦਾ ਇੱਕ ਸਿੱਕਾ ਜਿਹੜਾ ਵੰਡਿਆ, ਜਿਸ ਕਰਕੇ ਲੋਕਾਂ ਨੇ ਅਦਾਲਤਾਂ ਪੱਖੋਂ ਉਸ ਨੂੰ ਕਲੰਦਰ ਦੀ ਉਪਾਧੀ ਜਿਹੜੀ ਉਹ ਦਿੱਤੀ ਸੀ ਜੀ। ਕਿਸ ਯੁੱਧ ਤੋਂ ਬਾਅਦ ਬਾਬਰ ਨੇ ਜਿਹਾਦ ਧਰਮ ਦਾ ਨਾਅਰਾ ਦਿੱਤਾ? ਤੇ ਇਹ ਗੱਲ ਉਹ ਆਪਾਂ ਕਰ ਚੁੱਕੇ ਹਾਂ। ਤੇ ਤਮਗਾ ਨਾਮਕ ਕਰ ਸਮਾਪਤ ਕੀਤਾ ਸੀ, ਵੀ ਖੁਸ਼ ਹੋ ਕੇ ਉਸਨੇ ਆਪਣਾ ਜਿਹੜਾ ਕੋਈ ਆਪਣਾ ਤਮਗਾ ਨਾਮੀ ਕਰ ਸੀ ਉਸ ਨੂੰ ਵੀ ਖਤਮ ਕਰ ਦਿੱਤਾ ਸੀ। ਤੇ ਗਾਜੀ ਦੀ ਉਪਾਧੀ ਧਾਰਨ ਕੀਤੀ ਸੀ, ਪਿੱਛੇ ਆਪਾਂ ਗੱਲ ਕਰ ਚੁੱਕੇ ਹਾਂ ਇਸ ਬਾਰੇ। ਬਾਗ ਬਗੀਚਿਆਂ ਦਾ ਸ਼ੌਕ ਬਾਬਰ, ਠੀਕ ਹੈ। ਜੇ ਪੁੱਛਿਆ ਜਾਂਦਾ ਤਾਂ ਆਮ ਤੌਰ ਤੇ ਪੇਪਰ ਦੇ ਵਿੱਚ ਜਿਹੜਾ ਬਾਗ ਬਗੀਚੇ ਬਣਾਉਣ ਦੀ ਜਿਹੜੀ ਪਰੰਪਰਾ ਜਾਂ ਕਿਸ ਜਿਹੜੇ ਮੁਗਲ ਸ਼ਾਸਕ ਨੂੰ ਬਾਗ ਬਗੀਚਿਆਂ ਦਾ ਸ਼ੌਕ ਸੀ, ਬਾਬਰ ਨੂੰ ਇਸ ਬਾਰੇ ਯਾਦ ਰੱਖ ਸਕਦੇ ਜੀ। ਕੁਐਸਚਨ ਨੰਬਰ 67 ਦੇਖਦੇ ਹਾਂ, ਬਾਬਰ ਨੇ ਪਹਿਲੀ ਵਾਰ ਪੱਛਮ ਤੋਂ ਹੋ ਕੇ ਭਾਰਤ ਵਿੱਚ ਪ੍ਰਵੇਸ਼ ਕੀਤਾ ਸੀ ਜੀ। ਕਿਹੜੀ ਸਾਈਡ ਤੋਂ ਆਇਆ ਸੀਗਾ? ਪੰਜਾਬ ਤੋਂ ਜੀ। ਪੰਜਾਬ ਤੋਂ ਐਂਟਰ ਹੋ ਕੇ ਆਇਆ ਸੀ ਬਾਬਰ, ਜਿਹੜੇ ਆਮ ਤੌਰ ਤੇ ਆਪਾਂ ਦੇਖਦੇ ਹਾਂ। ਇਸ ਕਰਕੇ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ, ਕਿਉਂਕਿ ਜ਼ਿਆਦਾ ਜਿਹੜੇ ਵਿਦੇਸ਼ੀ ਹਮਲਾਵਰ ਸੀ ਉਹ ਪੰਜਾਬ ਰਾਹੀਂ ਐਂਟਰ ਹੁੰਦੇ ਸੀ ਤੇ ਫਿਰ ਭਾਰਤ ਨੂੰ ਵਾਧੇ ਹੁੰਦੇ ਸੀਗੇ। ਕੁਐਸਚਨ ਨੰਬਰ 67 ਦੇਖਦੇ ਹਾਂ, ਬਾਬਰ ਨੂੰ ਪਹਿਲਾਂ ਆਗਰੇ ਦਫਨਾਇਆ ਗਿਆ ਤੇ ਬਾਅਦ ਦੇ ਵਿੱਚ ਕਾਬਲ। ਕੀ ਜ਼ਰੂਰਤ ਪੈ ਗਈ ਸੀ? ਠੀਕ ਹੈ ਨਾ। ਤਾਂ ਕਹਿਣ ਦਾ ਭਾਵ ਕਿ ਬਾਬਰ ਦੀ ਜਿਹੜੀ ਆਪਣੀ ਦਿਲੀ ਇੱਛਾ ਸੀ ਕਿ ਉਸ ਨੂੰ ਉਸਦੇ ਜਨਮ ਸਥਾਨ ਜਾਂ ਆਪਾਂ ਕਹਿੰਦੇ ਸੀ ਜਨਮ ਭੂਮੀ ਉੱਧਰ ਹੀ ਦਫਨਾਇਆ ਜਾਵੇ। ਤਾਂ ਪਹਿਲਾਂ ਉਸ ਨੂੰ, ਕਿਉਂਕਿ ਉਸ ਦੀ ਜਿਹੜੀ ਮੌਤ ਆ ਜਦੋਂ ਆਗਰੇ ਵਿੱਚ ਦਫਨਾਇਆ ਜਾਂਦਾ, ਤਾਂ ਉਸ ਤੋਂ ਬਾਅਦ ਇਹ ਅਸਥੀਆਂ ਨੂੰ ਕਿੱਥੇ? ਕਾਬਲ ਲਿਜਾਇਆ ਜਾਂਦਾ। ਇੱਥੇ ਕੁਐਸਚਨ ਬਣਦਾ ਵੀ ਕਿਹੜਾ ਮੁਗਲ ਸ਼ਾਸਕ ਜਿਸ ਨੂੰ 2 ਵਾਰ ਦਫਨਾਇਆ ਗਿਆ, ਪਹਿਲਾਂ ਆਗਰੇ ਤੇ ਫਿਰ ਕਾਬਲ। ਇੱਕ ਕੁਐਸਚਨ ਆਪਾਂ ਕੀਤਾ ਸੀਗਾ, ਕਿਹੜਾ ਵਿਅਕਤੀ ਸੀ ਜਿਸ ਦਾ 2 ਵਾਰੀ ਰਾਜਗੱਦੀ ਪ੍ਰਾਪਤ ਕੀਤੀ ਆ? ਤਾਂ ਉਹ ਕੌਣ ਸੀ? ਔਰੰਗਜ਼ੇਬ। ਇੱਕ ਉਹ ਵਿਅਕਤੀ ਕਿਹੜਾ ਸੀ ਜਿਹੜਾ ਆਪਾਂ ਅੱਗੇ ਕਰਾਂਗੇ, ਉਹ ਕਿਹੜਾ ਮੁਗਲ ਸਮਰਾਟ ਸੀ ਜਿਸ ਨੇ 2 ਵਾਰੀ ਆਪਣਾ ਜਿਹੜਾ ਉਸਦਾ ਸ਼ਾਸਨ ਸੀ 2 ਵਾਰ ਰਿਹਾ? ਉਹ ਹੈਗਾ ਸੀ ਹਿਮਾਯੂ, ਠੀਕ ਹੈ ਨਾ। ਤੇ ਇਸ ਕਰਕੇ ਇਹ ਤਿੰਨੇ ਕੁਐਸਚਨਾਂ ਨੂੰ ਯਾਦ ਰੱਖਣਾ ਜੀ। ਕੁਐਸਚਨ ਨੰਬਰ 68 ਦੇਖਦੇ ਹਾਂ, ਕਿਸ ਪਹਿਲੇ ਮੁਗਲ ਸ਼ਾਸਕ ਨੇ ਜਿਸ ਨੂੰ ਕੁਸ਼ਾਣ ਸਾਮਰਾਜ ਦੇ ਪਤਨ ਤੋਂ ਬਾਅਦ ਭਾਰਤੀ ਸਾਮਰਾਜ ਕਾਬਲ ਅਤੇ ਕੰਧਾਰ ਨੂੰ ਮਿਲਾਇਆ ਸੀ? ਉਹ ਕਿਹੜਾ ਸੀ? ਉਹ ਵੀ ਸੀਗਾ ਬਾਬਰ ਜੀ। ਕੌਣ ਸੀਗਾ? ਜਿਹੜਾ ਬਾਬਰ, ਕਿਸ ਨੂੰ ਕਿਹੜੇ ਇਲਾਕਿਆਂ ਨੂੰ ਕਾਬਲ ਤੇ ਕੰਧਾਰ ਨੂੰ ਮਿਲਾਉਣ ਵਾਲਾ, ਠੀਕ ਹੈ ਨਾ ਜੀ।
ਕੁਸ਼ਾਣ ਆਪਣਾ ਗੱਲ ਕਰਦੇ ਹਾਂ ਕੁਸ਼ਾਣ ਆਪਣਾ ਹਾਂਜੀ ਕੁਸ਼ਾਣ ਸਾਮਰਾਜ ਦੇ ਪਤਨ ਤੋਂ ਬਾਅਦ ਸਮਨਬੀ ਜੋ ਕਿ ਬਾਬਰ ਦੁਆਰਾ ਮੁਸਲਿਮ ਕਾਨੂੰਨਾਂ ਦਾ ਇੱਕ ਨਿਯਮਾਂ ਦਾ ਇੱਕ ਸੰਗ੍ਰਹਿ ਸੀ ਹੈ ਮੁਬਾਇਨ ਜਿਹੜਾ ਆਪਾਂ ਪਿੱਛੇ ਵੀ ਗੱਲ ਕਰ ਚੁੱਕੇ ਹਾਂ ਮੁਬਾਇਨ ਠੀਕ ਆ ਇਹ ਜਿਹੜੀ ਮੁਬਾਇਨ ਪਦ ਸ਼ੈਲੀ ਠੀਕ ਆ ਉਸ ਦੀ ਗੱਲ ਕਰਦੇ ਹਾਂ ਠੀਕ ਆ ਕਰ ਚੁੱਕੇ ਹਾਂ ਪਿੱਛੇ ਆਪਾਂ ਕੁਐਸਚਨ ਨੰਬਰ 70 ਦੇਖਿਆ ਬਾਬਰ ਦੇ ਪੂਰਵਿਆਂ ਦੀ ਉਪਾਧੀ ਕਿਹੜੀ ਸੀ ਜੀ ਮਿਰਜ਼ਾ ਦੀ ਜੋ ਬਾਬਰ ਨੇ ਤਿਆਗ ਦਿੱਤੀ ਸੀ ਬਾਬਰ ਨੇ ਮਿਰਜ਼ਾ ਦੀ ਜਿਹੜੀ ਉਪਾਧੀ ਤਿਆਗ ਕੇ ਕਿਹੜੀ ਉਪਾਧੀ ਧਾਰਨ ਕੀਤੀ ਸੀ ਪਾਤਸ਼ਾਹ ਦੀ ਤੇ ਗਾਜੀ ਦੀ ਉਪਾਧੀ ਵੀ ਉਸ ਨੂੰ ਮਿਲੀ ਹੋਈ ਸੀ ਕਲਮ ਦਾ ਸਿਪਾਹੀ ਕਿਹਾ ਜਾਂਦਾ ਹੈ ਕਲਮ ਦਾ ਸਿਪਾਹੀ ਕੌਣ ਸੀ ਜੀ ਬਾਬਰ ਕਲਮ ਦਾ ਸਿਪਾਹੀ ਕੌਣ ਸੀਗਾ ਜੀ ਬਾਬਰ ਨੇ ਸੈਦਪੁਰ ਤੇ ਹਮਲਾ ਕੀਤਾ ਜੀ ਕਦੋਂ ਕੀਤਾ ਸੈਦਪੁਰ ਤੇ ਹਮਲਾ 1520 ਦੇ ਵਿੱਚ ਜੀ ਇਹ ਉਹੀ ਹਮਲਾ ਜੀ ਗੁਰੂ ਨਾਨਕ ਦੇਵ ਜੀ ਜਦੋਂ ਉੱਥੇ ਆਪਣੇ ਪ੍ਰਚਾਰ ਲਈ ਗਏ ਹੋਏ ਸਨ ਤਾਂ ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾ ਲਿਆ ਸੀ ਤੇ ਬਾਅਦ ਦੇ ਵਿੱਚ ਕੀ ਹੋਇਆ ਤੇ ਉਸ ਨੂੰ ਸਮਝਿਆ ਵੀ ਇਹ ਕੋਈ ਸੂਫੀ ਫਕੀਰ ਆ ਤੇ ਉਸ ਨੂੰ ਬਾਅਦ ਦੇ ਵਿੱਚ ਰਿਹਾ ਕਰ ਦਿੱਤਾ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਉਸ ਹਮਲੇ ਦੀ ਜਿਹੜੀ ਤੁਲਨਾ ਕੀ ਉਹ ਪਾਪ ਦੀ ਜੰਜ ਨਾਲ ਕੀਤੀ ਸੀ ਪਾਪ ਦੀ ਜੰਜ ਨਾਲ ਕੀਤੀ ਸੀ ਜਿਹੜਾ ਅਗਲੇ ਕੁਐਸਚਨ ਦੇ ਵਿੱਚ 73 ਦੇ ਵਿੱਚ ਹੀ ਬਾਬਰ ਦੇ ਕਿਹੜੇ ਹਮਲੇ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਨੇ ਪਾਪ ਦੀ ਜੰਜ ਨਾਲ ਕੀਤੀ ਹੈ ਜੀ ਕਿਹੜੇ ਨਾਲ ਕੀਤੀ ਆ ਸ਼ੈਦਪੁਰ ਦੇ ਹਮਲੇ ਦੀ ਠੀਕ ਹੈ ਨਾ ਜਿਹੜਾ ਕਿ 1520 ਦੇ ਵਿੱਚ ਜਿਹੜਾ ਬਾਬਰ ਦਾ ਤੀਜਾ ਹਮਲਾ ਸੀ ਜੀ ਠੀਕ ਹੈ ਉਸ ਦੀ ਕਿਹਦੇ ਨਾਲ ਕੀਤੀ ਆ ਆਪਣਾ ਪਾਪ ਦੀ ਜੰਜ ਨਾਲ ਕਿਉਂਕਿ ਬਾਬਰ ਨੇ ਇੱਥੇ ਬਹੁਤ ਜ਼ਿਆਦਾ ਤਬਾਹੀ ਕੀਤੀ ਤੇ ਔਰਤਾਂ ਦੀ ਦੁਰਦਸ਼ਾ ਕੀਤੀ ਇਸ ਕਰਕੇ ਬਾਬਰ ਬਾਣੀ ਜਿਹੜੀ ਗੁਰੂ ਨਾਨਕ ਦੇਵ ਦੀ ਲਿਖੀ ਹੋਈ ਆ ਉਸ ਹਮਲੇ ਦੇ ਸਦਕਾ ਹੀ ਲਿਖੀ ਹੋਈ ਆ ਕੁਐਸਚਨ ਨੰਬਰ 75 ਦੇਖਦੇ ਹਾਂ ਬਾਬਰ ਦਾ ਅਨੁਯਾਈ ਕੌਣ ਸੀ ਖਵਾਜਾ ਅਬਦੁੱਲਾ ਮਹਗਰ ਕੌਣ ਸੀਗਾ ਜੀ ਖਵਾਜਾ ਅਬਦੁੱਲਾ ਮਹਗਰ ਠੀਕ ਹੈ ਨਾ ਅਹਗਰ ਠੀਕ ਹੈ ਨਾ ਤਾਂ ਕੌਣ ਸੀਗਾ ਖਵਾਜਾ ਅਬਦੁੱਲਾ ਅਹਗਰ ਠੀਕ ਹੈ ਇਹ ਬਾਬਰ ਦਾ ਅਨੁਯਾਈ ਸੀ ਕੁਐਸਚਨ ਨੰਬਰ 76 ਦੇਖਦੇ ਹਾਂ ਬਾਬਰ ਦੀ ਆਤਮ ਕਥਾ ਵਿੱਚ ਕਿੰਨੇ ਰਾਜਾਂ ਦਾ ਵਰਣਨ ਹੈ ਜੀ ਤਾਂ ਇਹਦੇ ਵਿੱਚ ਕਿੰਨੇ ਰਾਜਾਂ ਦਾ ਵਰਣਨ ਹੈ ਜੀ 7 ਰਾਜਾਂ ਦਾ ਵਰਣਨ ਆ ਕੁੱਲ ਕਿੰਨੇ ਰਾਜਾਂ ਦਾ ਵਰਣਨ ਹੈ ਜੀ 7 ਇਹਦੇ ਵਿੱਚੋਂ 5 ਹਿੰਦੂ ਆ ਜੀ 5 ਮੁਸਲਿਮ ਤੇ 2 ਹਿੰਦੂ ਆ ਜੀ ਕਿਹੜੇ ਆ 5 ਮੁਸਲਿਮ ਤੇ 2 ਹਿੰਦੂ ਜੀ ਤੇ ਉਹਨਾਂ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਕੁਐਸਚਨ ਅੱਗੇ 77 ਦੇ ਕਰਦੇ ਹਾਂ ਬਾਬਰ ਦੀ ਆਤਮ ਕਥਾ ਵਿੱਚ ਮੁਸਲਿਮ ਰਾਜ ਕਿਹੜੇ ਸੀ ਜੀ ਦੇਖੋ ਬੰਗਾਲ ਤੇ ਬਿਹਾਰ ਹੋ ਗਏ ਬੰਗਾਲ ਐਂਡ ਬਿਹਾਰ ਦਿੱਲੀ ਮਾਲਵਾ ਤੇ ਵਾਨੀ ਇਹ ਕਿਹੜੇ ਸੀ ਜੀ ਇਹ ਸੀਗੇ ਮੁਸਲਿਮ ਰਾਜ ਕੁਐਸਚਨ ਨੰਬਰ 78 ਦੇਖਦੇ ਹਾਂ ਲਾਸਟ ਬਾਬਰ ਦੀ ਆਤਮ ਕਥਾ ਵਿੱਚ ਹਿੰਦੂ ਰਾਜ ਕਿਹੜੇ ਸੀ ਜੀ ਇਹ ਕਿਹੜੇ ਸੀ ਵਿਜੇਨਗਰ ਤੇ ਮੇਵਾੜ ਕਿਹੜੇ ਸੀ ਜੀ ਵਿਜੇਨਗਰ ਤੇ ਮੇਵਾੜ ਸੋ ਜਿਹੜਾ ਅੱਜ ਦਾ ਟੌਪਿਕ ਆਪਣਾ ਜਿਹੜਾ ਬਾਬਰ ਹੈ ਇੱਥੇ ਜਿਹੜਾ ਕੰਪਲੀਟ ਹੁੰਦਾ ਸੋ ਆਈ ਹੋਪ ਕਿ ਤੁਹਾਨੂੰ ਇਹ ਜਿਹੜੀ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਟੌਪਿਕ ਆ ਹਿਮਾਯੂ ਕਿਉਂਕਿ ਜਦੋਂ ਬਾਬਰ ਦੀ ਮੌਤ ਜਿਹੜੀ 26 ਦਸੰਬਰ 1530 ਨੂੰ ਆਗਰੇ ਦੇ ਵਿੱਚ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਉਸਦਾ ਵੱਡਾ ਪੁੱਤਰ ਹਿਮਾਯੂ ਉਹ ਗੱਦੀ ਤੇ ਬੈਠਦਾ ਗਾ ਗੱਦੀ ਤੇ ਬੈਠਣ ਸਮੇਂ ਉਹ ਆਪਣੇ ਸਾਮਰਾਜ ਨੂੰ ਆਪਣੇ ਭਰਾਵਾਂ ਦੇ ਨਾਲ ਵੰਡ ਲੈਂਦਾ ਕਿਉਂਕਿ ਅਜਿਹਾ ਕਰਨ ਲਈ ਇਸ ਨੂੰ ਬਾਬਰ ਨੇ ਕਿਹਾ ਸੀ ਜੀ ਸੋ ਜਿਹੜਾ ਆਪਣਾ ਕੱਲ੍ਹ ਕਰਾਂਗੇ ਜਿਹੜਾ ਅਗਲਾ ਟੌਪਿਕ ਮਹੱਤਵਪੂਰਨ ਮੁਗਲ ਸਾਮਰਾਜ ਦਾ ਹਿਮਾਯੂ ਸੋ ਅੱਜ ਲਈ ਇੰਨਾ ਹੀ ਬਹੁਤ ਥੈਂਕ ਯੂ ਵੈਰੀ ਮਚ